दर्शन प्यासी दिन सिरात, चित बोयन दिन नीत। खोल कपट गुर मिलिया, नानक हर संग मीत। खोल कपट गुर मिलिया, नानक हर संग मीत। परम सत्कारयोग गुरु स्वरूप गुरु साध संगत जो दर हाजरी प्रवान करनी। वाहिगुरु जी का खालसा, वाहिगुरु जी की फतेह। वडभागी हो गुरमुख प्यारिओ, ਜਿਹੜੇ ਜੀਵਨ ਦੇ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਦਾਸਾਂ ਦੀ ਸੇਵਾ ਨੂੰ ਪ੍ਰਵਾਨ ਕਰਦੇ ਹੋਏ ਇਹ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਜੀ ਦੀ ਬਾਣੀ ਦੇ ਨਾਲ ਜੁੜ ਰਹੇ ਹੋ। ਆਪ ਨੂੰ ਆਪ ਬਹੁਤ ਵੱਡੇ ਭਾਗਾਂ ਵਾਲੇ ਹੋ। ਸਤਿਗੁਰ ਸੱਚੇ ਪਾਤਸ਼ਾਹ ਜੀ ਇਹ ਘਾਲ ਕਮਾਈ ਆਪ ਜੀ ਦੀ ਥਾਂ ਦੇ ਵਿੱਚ ਪਾਉਣ ਔਰ ਆਪ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸਦਾ ਹਰ ਦੀਵਾਨ ਹਰ ਮੈਦਾਨ ਦੇ ਵਿੱਚ ਫਤਿਹ ਬਖਸ਼ੇ। ਦਾਸਾਂ ਨੂੰ ਕਾਮ ਕ੍ਰੋਧ ਰੂਮ ਹੰਕਾਰ ਤੋਂ ਬਚਾ ਕੇ ਆਪ ਜੀ ਦੀ ਸੇਵਾ ਦੇ ਲਾਇਕ ਬਣਾਉਣ। ਨਿਰੰਕਾਰ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਆਪਣੇ ਉੱਤੇ ਕਿਰਪਾ ਕਰ ਰਹੇ ਨੇ, ਜੀਵਨ ਨੂੰ ਘੜ ਰਹੇ ਨੇ ਔਰ ਇਸ ਸੁਰਤ ਨੂੰ ਉੱਚਾ ਚੱਕ ਕੇ ਉਹ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਦੇ ਦਰ ਦੇ ਉੱਤੇ ਲਿਜਾਣ ਵਾਸਤੇ ਔਰ ਉਸ ਮਾਰਗ ਦੇ ਪਾਂਧੀ ਬਣਾਉਣ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਅਰਦਾਸਾਂ ਬੇਨਤੀਆਂ ਕਰਨ ਦਾ ਜੋ ਨਿਰੰਕਾਰ ਜੀ ਨੇ ਇਹ ਗੁਰਬਾਣੀ ਦਾ ਪ੍ਰਵਾਹ ਚਲਾਇਆ ਹੋਇਆ ਹੈ। ਆਓ ਗੁਰਮੁਖ ਪਿਆਰਿਓ, ਨਿਰੰਕਾਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਆਪਾਂ ਉਸ ਦੇ ਨਾਲ ਜੁੜੀਏ। ਆਸਾ ਮਹਿਲਾ ਪੰਜਵਾਂ, ਉਕਤ ਸਿਆਣਪ ਕਿਛੂ ਨ ਜਾਣਾ। ਦਿਨ ਰਹਿਣ ਤੇਰਾ ਨਾਮ ਵਖਾਨਾ। ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਇਸ ਤਰ੍ਹਾਂ ਆਣ ਕੇ ਅਰਦਾਸ ਕਰ। ਆਪ ਇੱਕ ਆਪਣੇ ਆਪ ਨੂੰ ਬਹੁਤ ਨਿਮਰਤਾ ਦੇ ਵਿੱਚ ਲਿਆ ਕੇ ਨਿਰੰਕਾਰ ਜੀ ਖੁਦ ਅਰਦਾਸ ਕਰਦੇ ਨੇ, ਪਰ ਉਹ ਅਰਦਾਸ ਦਾ ਜਿਹੜਾ ਮਹੱਤਵ ਹੈ ਜਾਂ ਉਸ ਅਰਦਾਸ ਦੀ ਜਿਹੜੀ ਜਾਂਚ ਹੈ ਉਹ ਸੰਸਾਰ ਨੂੰ ਸਿਖਾਉਂਦੇ ਨੇ। ਕਹਿੰਦੇ ਪ੍ਰਮਾਤਮਾ ਨਿਰੰਕਾਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਣ ਕੇ ਇਹ ਗੱਲ ਆਖ ਪਾਈ ਕਿ ਉਕਤ ਸਿਆਣਪ ਕਛੂ ਨ ਜਾਣਾ। ਮਹਾਰਾਜ ਸੱਚੇ ਪਾਤਸ਼ਾਹ ਸਾਡੀ ਕੋਈ ਉੱਚੀ ਸੁੱਚੀ ਮੱਤ ਨਹੀਂ ਹੈ, ਸੋ ਇਸ ਕਾਰਨ ਕਰਕੇ ਜਿਹੜੀ ਇਹ ਸਿਆਣਪ ਵਾਲੀ ਮੱਤ ਜਿਹੜੀ ਹੈ ਉਹਨੂੰ ਮੈਂ ਨਹੀਂ ਜਾਣਦਾ, ਨਾ ਮੇਰੇ ਕੋਲ ਹੈ। ਦਿਨ ਰਹਿਣ ਤੇਰਾ ਨਾਮ ਵਿਖਾਣਾ। ਪਰ ਵਾਹਿਗੁਰੂ ਨਿਰੰਕਾਰ ਜੀ ਆਪ ਜੀ ਦੇ ਵੱਲੋਂ ਜੋ ਬਖਸ਼ਿਸ਼ ਕੀਤਾ ਹੋਇਆ ਨਾਮ ਹੈ, ਮੈਂ ਉਸ ਨੂੰ ਦਿਨ ਰਾਤ ਆਰਾਧਦਾ ਰਹਿੰਦਾ ਹਾਂ, ਕਥਦਾ ਰਹਿੰਦਾ ਹਾਂ। ਮੈਂ ਨਿਰਗੁਣ ਗੁਣ ਨਾਹੀ ਕੋਏ, ਕਰਨ ਕਰਾਵਣ ਹਾਰ ਪ੍ਰਭ ਸੋਏ। ਵਾਹਿਗੁਰੂ ਜੀ ਮੈਂ ਤਾਂ ਨਿਰਗੁਣ ਹਾਂ, ਮੇਰੇ ਵਿੱਚ ਕੋਈ ਵੀ ਗੁਣ ਨਹੀਂ ਹੈ। ਮੈਂ ਤਾਂ ਵਾਹਿਗੁਰੂ ਜੀ ਔਗੁਣਾਂ ਦੇ ਨਾਲ ਹੀ ਭਰਿਆ ਹੋਇਆ ਹਾਂ ਇੱਥੇ ਗਲੇ ਤੱਕ। ਪਰ ਇਸ ਚੀਜ਼ ਦਾ ਮੈਨੂੰ ਪੂਰਾ ਗਿਆਨ ਹੈ ਵੀ ਕਰਨ ਕਰਾਵਣ ਹਾਰ ਪ੍ਰਭ ਸੋਏ। ਨਿਰੰਕਾਰ ਵਾਹਿਗੁਰੂ ਜੀ ਤੁਸੀਂ ਹੀ ਹੋ, ਤੁਹਾਡਾ ਹੀ ਹੁਕਮ ਹੈ ਸੰਸਾਰ ਦੇ ਉੱਤੇ ਚੱਲ ਰਿਹਾ। ਸਾਰੇ ਕਾਰਜਾਂ ਦੇ ਮਾਲਕ ਤੁਸੀਂ ਹੋ। ਸਾਰੇ ਕਾਰਜ ਵੀ ਜੋ ਕੰਮਕਾਰ ਵੀ ਨੇ ਇਹ ਸਾਰੇ ਆਪ ਜੀ ਦੇ ਹੁਕਮ ਦੇ ਵਿੱਚ ਹੀ ਹੁੰਦੇ ਹਨ। ਰਹਾਉ ਮੂਰਖ ਮੁਗਧ ਅਗਿਆਨ ਅਵਿਚਾਰੀ, ਨਾਮ ਤੇਰੇ ਕੀ ਆਸ ਮਨ ਧਾਰੀ। ਮੁਗਧ ਕਹਿੰਦੇ ਨੇ ਜਿਹੜਾ ਕਿ ਜਿਹਨੂੰ ਆਪਾਂ ਪੰਜਾਬੀ ਸਰਲ ਵਿੱਚ ਕਹਿੰਦੇ ਹਾਂ ਬੇਵਕੂਫ। ਮੱਤ ਹੀ ਨਹੀਂ ਹੈ ਜਿਸ ਨੂੰ ਨਾ ਬੋਲਣ ਦੀ ਤੇ ਨਾ ਹੀ ਉਸ ਨੂੰ ਕਿਸੇ ਹੋਰ ਤਰ੍ਹਾਂ ਦੀ ਮੱਤ ਹੁੰਦੀ, ਉਹਨੂੰ ਬੇਵਕੂਫ ਨੂੰ ਕਹਿੰਦੇ ਨੇ ਮੂਰਖ ਤੇ ਮੁਗਧ। ਇਹਨੂੰ ਮੁਗਧ ਕਹੇ, ਮੂਰਖ ਵੀ ਉਹੀ ਉਹਦਾ ਦੂਸਰਾ ਰੂਪ ਹੈ। ਅਗਿਆਨ ਜਿਹਨੂੰ ਕਿਸੇ ਤਰ੍ਹਾਂ ਦਾ ਕੋਈ ਗਿਆਨ ਨਾ ਹੋਵੇ, ਅਵਿਚਾਰੀ ਬੇਸਮਝ ਜਿਹਨੂੰ ਕੋਈ ਸੁਝਦੀ ਚੰਗੇ ਵਿਚਾਰ ਵੀ ਨਾ ਸੁਝੇ। ਮੈਂ ਵਾਹਿਗੁਰੂ ਜੀ ਇਹ ਹਾਂ, ਮੈਂ ਮੂਰਖ ਵੀ ਹਾਂ, ਮੈਂ ਮੁਗਧ ਵੀ ਹਾਂ, ਬੇਵਕੂਫ ਹਾਂ, ਅਗਿਆਨੀ ਹਾਂ, ਮੈਨੂੰ ਕੋਈ ਗਿਆਨ ਨਹੀਂ, ਮੈਂ ਅਵਿਚਾਰੀ ਹਾਂ ਸਤਿਗੁਰ, ਮੈਂ ਬੇਸਮਝ ਹਾਂ। ਪਰ ਨਾਮ ਤੇਰੇ ਕੀ ਆਸ ਮਨ ਧਾਰੀ, ਜਿਹੜਾ ਤੇਰਾ ਅਕਾਲ ਪੁਰਖ ਵਾਹਿਗੁਰੂ ਜੀ ਨਾਮ ਹੈ ਉਸ ਨੂੰ ਮੈਂ ਆਪਣਾ ਸਹਾਰਾ ਬਣਾ ਕੇ ਇਸ ਮਨ ਦੇ ਵਿੱਚ ਧਾਰਿਆ ਹੋਇਆ ਹੈ। ਜਪ ਤਪ ਸੰਜਮ ਕਰਮ ਨਾ ਸਾਦਾ,
ਨਾਮ ਪ੍ਰਭੂ ਕਾ ਮਨੇ ਆਰਾਧਾ। ਨਾ ਮੈਨੂੰ ਜਪ ਕਰਨ ਦਾ ਗਿਆਨ ਹੈ, ਨਾ ਤਪ ਕਰਨ ਦਾ ਗਿਆਨ ਹੈ, ਨਾ ਹੀ ਮੈਂ ਇੰਦਰੀਆਂ ਨੂੰ ਸੰਜਮ ਕਰਨ ਦਾ ਮੈਨੂੰ ਗਿਆਨ ਹੈ, ਨਾ ਹੀ ਮੈਨੂੰ ਕੋਈ ਸ਼ੁਭ ਕਰਮ ਕਰਨ ਦਾ ਕੋਈ ਸਾਧਨ ਹੈ। ਮੈਨੂੰ ਕੋਈ ਸ਼ੁਭ ਕਰਨ ਦਾ ਵੀ ਕੋਈ ਨਹੀਂ ਗਿਆਨ। ਪਰ ਨਿਰੰਕਾਰ ਜੀ ਜਿਹੜੀ ਆਪ ਜੀ ਨੇ ਕਿਰਪਾ ਕੀਤੀ, ਜਿਹੜਾ ਨਾਮ ਬਖਸ਼ਿਸ਼ ਕੀਤਾ ਵਾਹਿਗੁਰੂ ਪ੍ਰਭੂ ਜੀ, ਮੈਂ ਮਨ ਦੇ ਵਿੱਚ ਉਸ ਵਾਹਿਗੁਰੂ ਦੇ ਨਾਮ ਨੂੰ ਹਰ ਵੇਲੇ ਹੀ ਆਰਾਧਦਾ ਰਹਿੰਦਾ ਹਾਂ। ਕਿਛੂ ਨਾ ਜਾਣਾ ਮਤ ਮੇਰੀ ਥੋਰੀ, ਬਿਨਵੰਤ ਨਾਨਕ ਓਟ ਪ੍ਰਭ ਤੋਰੀ। ਵਾਹਿਗੁਰੂ ਜੀ ਮੇਰੀ ਮਤ ਬਹੁਤ ਤੁਸ਼ ਮਾਤਰ ਹੈ, ਇਸ ਕਰਕੇ ਮੈਨੂੰ ਇਹ ਵੀ ਆਪ ਨਹੀਂ ਗਿਆਨ ਕਿ ਮੈਂ ਆਪ ਜੀ ਦਾ ਜਸ ਕਿਸ ਤਰ੍ਹਾਂ ਕਰਾਂ, ਕਿਸ ਤਰ੍ਹਾਂ ਆਪ ਜੀ ਦੀ ਵਡਿਆਈ ਕਰਾਂ ਵਾਹਿਗੁਰੂ ਜੀ। ਪਰ ਇਸ ਮਨ ਦੇ ਵਿੱਚ ਇੱਕ ਆਸ ਹੈ, ਮਨ ਦੇ ਵਿੱਚ ਇੱਕ ਟਿਕਾ ਹੈ ਕਿ ਬਿਨਵੰਤ ਨਾਨਕ ਓਟ ਪ੍ਰਭ ਤੇਰੀ। ਇਹ ਮਨ ਦੇ ਵਿੱਚ ਮੇਰੇ ਟਿਕਾ ਹੈ ਕਿ ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਜੀ, ਮੈਂ ਆਪ ਜੀ ਦੀ ਓਟ ਤੇ ਆਸਰਾ ਤੱਕ ਕੇ ਹੀ ਇਸ ਸੰਸਾਰ ਦੇ ਉੱਤੇ ਜੀਵਨ ਬਤੀਤ ਕਰ ਰਿਹਾ ਹਾਂ। ਆਸਾ ਮਹਲਾ ਪੰਜਵਾਂ। ਹਰ ਹਰ ਅੱਖਰ ਦੁਇ ਇਹ ਮਾਲਾ, ਜਪਤ ਜਪਤ ਭੈ ਦੀਨ ਦਇਆਲਾ। ਜਦੋਂ ਜੀਵ ਇੰਨੀ ਨਿਮਰਤਾ ਆਣ ਕੇ ਨਿਰੰਕਾਰ ਦੇ ਚਰਨਾਂ ਦੇ ਵਿੱਚ ਦਿਖਾਉਂਦਾ ਹੈ, ਆਪਣੇ ਔਗਣਾਂ ਨੂੰ ਨਿਰੰਕਾਰ ਦੇ ਚਰਨਾਂ ਦੇ ਵਿੱਚ ਰੱਖਦਾ ਹੈ, ਆਪਣੇ ਔਗਣਾਂ ਨੂੰ ਪਹਿਚਾਣ ਲੈਂਦਾ ਵੀ ਔਗਣਾਂ ਨੂੰ ਖਤਮ ਵੀ ਕਰਨਾ ਹੁੰਦਾ ਨਾ। ਪਹਿਲਾਂ ਤਾਂ ਸਤਿਗੁਰ ਸੱਚੇ ਪਾਤਸ਼ਾਹ ਨੂੰ ਦੇ ਮੋਰਿਓਂ ਦੱਸ ਵੀ ਤੇਰੇ ਨਾਮ ਦਾ ਹੀ ਓਟ ਤੇ ਆਸਰਾ ਹੈ ਵਾਹਿਗੁਰੂ ਜੀ ਮੈਨੂੰ। ਹੁਣ ਨਿਰੰਕਾਰ ਜੀ ਵੀ ਇੱਥੇ ਆਪਾਂ ਨੂੰ ਇਹ ਗਿਆਨ ਦਿੰਦੇ ਨੇ, ਕਹਿੰਦੇ ਹਰ ਹਰ ਅੱਖਰ ਦੋਏ ਮਨ, ਦੋ ਅੱਖਰ ਨੇ। ਜਦੋਂ ਤੁਸੀਂ ਵਾਹਿਗੁਰੂ ਕਹੋਗੇ, ਵਾਹੇ ਤੇ ਗੁਰੂ ਇਹ ਵੀ ਦੋ ਨੇ। ਜਦੋਂ ਗੋਪਾਲ ਕਹੋਗੇ, ਗੋ ਹੁੰਦਾ ਧਰਤੀ ਤੇ ਪਾਲ ਜਿਹੜਾ ਪਾਲਣਹਾਰਾ। ਗੋਬਿੰਦ ਆਖੋਗੇ, ਗੋ ਧਰਤੀ, ਬਿੰਦ ਉਹਨੂੰ ਬਣਾਉਣ ਵਾਲਾ। ਔਰ ਇਸੇ ਤਰ੍ਹਾਂ ਹੀ ਜਿਹੜੇ ਆਕੀ ਦੇਖੋਗੇ ਇਹ ਦੋਨੋਂ ਅੱਖਰਾਂ ਦੇ ਹੀ ਬਣੇ ਹੋਏ ਨੇ, ਪਰ ਇਹ ਦੋਏ ਅੱਖਰ ਇੱਕ ਰੂਪ ਬਣ ਕੇ ਇੱਕ ਮਾਲਾ ਬਣ ਜਾਂਦੀ ਹੈ ਭਾਈ। ਸੋ ਵਾਹਿਗੁਰੂ ਜੀ ਕਹਿੰਦੇ ਨੇ ਹਰ ਹਰ ਅੱਖਰ ਦੋਏ ਇਹ ਮਾਲਾ। ਇਹ ਜਿਹੜੀ ਮਾਲਾ ਅਸੀਂ ਹੱਥ ਦੇ ਵਿੱਚ ਫੜ ਕੇ ਵੀ ਫੇਰਦੇ ਹਾਂ, ਉਹ ਵਾਹਿਗੁਰੂ ਨਿਰੰਕਾਰ ਦੀ ਉਸਤਤ ਕਰਦੇ ਹਾਂ। ਹਿਰਦੇ ਦੇ ਵਿੱਚ ਟਿਕਾ ਕੇ ਵੀ ਵਾਹਿਗੁਰੂ ਦੇ ਨਿਰੰਕਾਰ ਦੇ ਵਾਹਿਗੁਰੂ ਦਾ ਮੰਤਰ ਦਾ ਜਾਪ ਕਰਦੇ, ਉਹ ਵੀ ਇੱਕ ਮਾਲਾ ਹੈ। ਇਸ ਕਾਰਨ ਕਰਕੇ ਵਾਹਿਗੁਰੂ ਜੀ ਕਹਿੰਦੇ ਨੇ ਇਹ ਦੋ ਅੱਖਰਾਂ ਦੀ ਇੱਕ ਭਾਈ ਮਾਲਾ ਹੈ। ਜਪ ਜਪ ਭੈ ਦੀਨ ਦਿਆਲਾ, ਕਹਿੰਦੇ ਜਪਤ ਭੈ ਦੀਨ ਦਿਆਲਾ। ਜਿਹੜੇ ਜਪਦੇ ਨੇ, ਜਪ ਰਹੇ ਨੇ ਔਰ ਪੂਰੇ ਮਨ ਤਨ ਨੂੰ ਇਕਾਗਰ ਕਰਕੇ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੈਠ ਕੇ ਸਤਿਗੁਰ ਨੂੰ ਧਿਆਨ ਦੇ ਨਾਲ ਦੇਖਦੇ ਹੋਏ ਉਸ ਦਾ ਜਾਪ ਕਰਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਦੀਨ ਨੇ ਉਹਨਾਂ ਦੇ ਉੱਤੇ ਦਿਆਲੂ ਹੋ ਜਾਂਦੇ ਹਨ। ਕਰੂੰ ਬੇਨਤੀ ਸਤਿਗੁਰ ਆਪਣੀ, ਕਰ ਕਿਰਪਾ ਰਾਖੋ ਸਰਣਾਈ, ਮੋਕੋ ਦੇਹੋ ਹਰੇ ਹਰ ਜਪਨੀ। ਇਸ ਤਰ੍ਹਾਂ ਆਣ ਕੇ ਨਿਰੰਕਾਰ ਦੇ ਚਰਨਾਂ ਦੇ ਵਿੱਚ ਬੇਨਤੀ ਕਰੋ ਭਾਈ, ਆਖੋ ਕਰ ਕਿਰਪਾ ਰਾਖੋ ਸਰਣਾਈ ਹੈ ਵਾਹਿਗੁਰੂ ਜੀ ਮੇਰੇ ਉੱਤੇ ਕਿਰਪਾ ਕਰੋ, ਮੈਨੂੰ ਆਪਣੀ ਸ਼ਰਨ ਦੇ ਵਿੱਚ ਰੱਖੋ। ਜਦੋਂ ਅਸੀਂ ਸਤਿਗੁਰ ਦੀ ਸ਼ਰਨ ਦੇ ਵਿੱਚ ਰਹਾਂਗੇ ਤੇ ਸਤਿਗੁਰ ਦਾ ਸਦਾ ਸ਼ਰਨ ਦਾ ਮਤਲਬ ਇਹ ਵੀ ਹਰ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਹਿਰਦੇ ਦੇ ਵਿੱਚ ਟਿਕਾ ਕੇ ਰੱਖਣਾ। ਉਸ ਤੋਂ ਇਲਾਵਾ ਕਿਸੇ ਹੋਰ ਦੀ ਆਸ ਨਹੀਂ ਹਿਰਦੇ ਦੇ ਵਿੱਚ ਰੱਖਣੀ। ਤੇ ਇਹੀ ਹੈ ਜਦੋਂ ਸਤਿਗੁਰ ਦੀ ਅਸੀਂ ਸ਼ਰਨ ਦੇ ਵਿੱਚ ਰਹਿੰਦੇ ਹਾਂ, ਜਦੋਂ ਅਸੀਂ ਸੁਚੇਤ ਹੋ ਕੇ ਉਸ ਨੂੰ ਹਰ ਵੇਲੇ ਅੰਗ ਸੰਗ ਜਾਣਦੇ ਹਾਂ, ਤਾਂ ਕਹਿੰਦੇ ਇਸ ਕਰਕੇ ਗੁਰੂ ਜੀ ਮੈਨੂੰ ਆਪਣੀ ਸ਼ਰਨ ਦੇ ਵਿੱਚ ਹਰ ਵੇਲੇ ਰੱਖੋ, ਕਿਰਪਾ ਕਰੋ ਤੇ ਮੋਕੋ ਦਿਓ ਹਰ ਹਰ ਜਪਨੀ। ਔਰ ਅਕਾਲ ਪੁਰਖ ਵਾਹਿਗੁਰੂ ਜੀ ਮੈਨੂੰ ਨਾ ਵਾਹਿਗੁਰੂ ਨਿਰੰਕਾਰ ਦੇ ਨਾਮ ਦਾ ਜਪਨੀ ਮਾਲਾ ਨੂੰ ਵੀ ਆਖਿਆ ਹੋਇਆ ਹੈ। ਕਹਿੰਦੇ ਵੀ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਕਿਰਪਾ ਕਰਕੇ ਮੈਨੂੰ ਦੇ ਦੇਵੋ ਔਰ ਉਹ ਜਪਨੀ ਮਾਲਾ ਮੈਨੂੰ ਦੇ ਦੇਵੋ। ਰਹਾਓ ਹਰ ਮਾਲਾ ਉਰੇ ਅੰਤਰ ਤਾਰੈ, ਜਨਮ ਮਰਨ ਕਾ ਦੁਖ ਨਿਵਾਰੈ। ਜਿਸ ਵੇਲੇ ਜੀਵ ਜਪਦਾ ਉਹ ਨਾਮ ਦੀ ਮਾਲਾ ਨੂੰ ਹਿਰਦੇ ਦੇ ਵਿੱਚ ਆਣ ਕੇ ਟਿਕਾ ਲੈਂਦਾ ਭਾਈ, ਉਸ ਵੇਲੇ ਜਨਮ ਮਰਨ ਦਾ ਵੱਡੇ ਦੁੱਖ ਜਿਹੜੇ ਨੇ ਉਹ ਸਾਰੇ ਨਿਰੰਕਾਰ ਸੱਚੇ ਪਾਤਸ਼ਾਹ ਜੀ ਨਿਵਰਤ ਕਰ ਦਿੰਦੇ ਨੇ, ਕੱਟ ਦਿੰਦੇ ਹਨ। ਹਿਰਦੈ ਸਮਾਲੈ ਮੁਖ ਹਰ ਹਰ ਬੋਲੈ, ਸੋ ਜਨ ਇਤ ਉਤ ਕਤਹਿ ਨ ਡੋਲੈ। ਜਿਹੜਾ ਨਿਰੰਕਾਰ ਦੇ ਨਾਮ ਨੂੰ ਹਿਰਦੇ ਦੇ ਵਿੱਚ ਟਿਕਾ ਲੈਂਦਾ ਹੈ, ਮਨ ਨੂੰ ਟਿਕਾ ਦੇ ਵਿੱਚ ਲੈ ਆਉਂਦਾ, ਮਨ ਉਸ ਨਾਮ ਦੇ ਵਿੱਚ ਰੰਗ ਦਿੰਦਾ ਹੈ,
ਉਹ ਤੇ ਨਾਲ ਮੁਖ ਤੋਂ ਹਰ ਵੇਲੇ ਪਰਮਾਤਮਾ ਵਾਹਿਗੁਰੂ ਦੀ ਉਸਤਤ ਵਡਿਆਈ ਕਰਦਾ ਭਾਈ। ਸੋ ਜਨ ਇਹ ਤੇ ਉਤ ਕਤੇ ਨਾ ਡੋਲੇ। ਉਹ ਜਿਹੜਾ ਨਿਰੰਕਾਰ ਦਾ ਜਨ ਹੈ, ਪਿਆਰਾ ਹੈ, ਭਗਤ ਜਨ, ਸੰਤ ਜਨ, ਸਾਧੂ ਜਨ ਜਿਹੜੇ ਨੇ, ਉਹ ਇਦੂ ਸੰਸਾਰ ਦੇ ਵਿੱਚ ਤੇ ਪਰਲੋਕ ਦੇ ਵਿੱਚ ਵੀ ਕਦੀ ਡੋਲਦੇ ਨਹੀਂ, ਨਾ ਹੀ ਨਿਰੰਕਾਰ ਜੀ ਡੋਲਣ ਦਿੰਦੇ ਹਨ। ਕਹੋ ਨਾਨਕ ਜੋ ਰਾਚੈ ਨਾਏ, ਹਰ ਮਾਲਾ ਤਾਕੈ ਸੰਗ ਜਾਏ। ਨਿਰੰਕਾਰ ਵਾਹਿਗੁਰੂ ਜੀ ਨਾਮ ਆਪਣਾ ਵਰਤ ਕੇ ਨਿਰੰਕਾਰ ਜੀ ਕਹਿੰਦੇ ਨੇ, ਕਹੋ ਨਾਨਕ ਜੋ ਰਾਚੇ ਨਾ, ਜਿਹੜੇ ਨਾਮ ਦੇ ਵਿੱਚ ਰਚ ਜਾਂਦੇ ਨੇ, ਰੰਗੇ ਜਾਂਦੇ ਨੇ, ਹਰ ਮਾਲਾ ਤਾਂ ਕੇ ਸੰਗ ਜਾਏ। ਉਹ ਜਿਹੜੀ ਉਹਨਾਂ ਨੇ ਨਾਮ ਦੀ ਮਾਲਾ ਗਲੇ ਦੇ ਵਿੱਚ ਪਾਈ ਹੋਈ ਹੁੰਦੀ ਹੈ, ਉਹ ਉਹਨਾਂ ਦੇ ਨਾਲ ਹੀ ਚਲੇ ਜਾਂਦੀ ਹੈ, ਉਹਨਾਂ ਦੀ ਪਰਲੋਕ ਦੇ ਵਿੱਚ ਵੀ ਜਾ ਕੇ ਉਹ ਸਹਾਇਕ ਬਣਦੀ ਹੈ। ਹੁਣ ਜਦੋਂ ਇਸ ਨੂੰ ਆਪਾਂ ਬਹੁਤ ਧਿਆਨ ਦੇ ਨਾਲ ਦੇਖਾਂਗੇ, ਕਿਉਂਕਿ ਬਹੁਤ ਚੀਜ਼ਾਂ ਨੂੰ ਅਸੀਂ ਖੰਡਨ ਕਰਦੇ ਜਾਂਦੇ ਰਹਿੰਦੇ ਹਾਂ। ਜਿੱਦਾਂ ਦੇਖਿਆ ਸਾਧੂ ਸੰਤ ਜਾਂ ਕੋਈ ਹੋਰ ਪਰਿਵਾਰ ਦੇ ਜੀ, ਕਈ ਵੀ ਮੈਂ ਦੇਖੇ ਨੇ ਜਿਹੜੇ ਕਿ ਮਾਲਾ ਹੱਥ ਦੇ ਵਿੱਚ ਫੜ ਕੇ ਜਪ ਕਰਦੇ ਨੇ, ਤੇ ਲੋਕ ਉਹਨਾਂ ਨੂੰ ਠੱਠੇ ਕਰਦੇ ਨੇ ਵੀ ਇਹ ਭਾਈ ਦਿਖਾਵਾ ਕਰਨ ਡਏ ਨੇ, ਵੀ ਮਾਲਾ ਵੀ ਫੇਰਨ ਦਾ ਕੀ ਫਾਇਦਾ ਹੈ। ਪਰ ਵਾਹਿਗੁਰੂ ਜੀ ਨੇ ਇੱਥੇ ਹੁਣ ਇਹਨਾਂ ਚੀਜ਼ਾਂ ਨੂੰ ਸਾਰੀਆਂ ਨੂੰ ਖੰਡਨ ਕਰ ਦਿੱਤਾ। ਜਦੋਂ ਤੁਸੀਂ ਕਿਸੇ ਦੇ ਨਾਲ ਮਜ਼ਾਕ ਕਰੋਗੇ, ਕਿਸੇ ਦੇ ਉੱਤੇ ਸ਼ੰਕਾ ਕਰੋਗੇ, ਠੱਠਾ ਕਰੋਗੇ, ਸਮਝ ਲਿਓ ਰੋਗ ਤੁਹਾਨੂੰ ਲੱਗਾ ਆ, ਉਸ ਪ੍ਰਾਣੀ ਨੂੰ ਨਹੀਂ ਲੱਗਾ ਹੋਇਆ। ਉਹ ਇਸ ਕਰਕੇ ਜਿਹੜਾ ਜੀਵ ਹੱਥ ਦੇ ਵਿੱਚ ਮਾਲਾ ਰੱਖਦਾ 108 ਮਣਕੇ ਦੀ ਜਾਂ 27 ਮਣਕਿਆਂ ਦੀ, ਔਰ ਉਹ ਵਾਹਿਗੁਰੂ ਨਿਰੰਕਾਰ ਨੂੰ ਯਾਦ ਕਰ ਰਿਹਾ ਜਾਂ ਆਪਣੇ ਔਗਣੋਂ ਯਾਦ ਕਰ ਰਿਹਾ, ਸਾਨੂੰ ਉਹਦੀ ਵਡਿਆਈ ਕਰਨੀ ਚਾਹੀਦੀ, ਉਸਤਤ ਕਰਨੀ ਚਾਹੀਦੀ ਆ ਵੀ ਵੱਡੇ ਭਾਗਾਂ ਵਾਲਾ ਹੈ। ਘੱਟੋ ਘੱਟ ਭਾਵੇਂ ਕਿਸੇ ਰੂਪ ਦੇ ਵਿੱਚ ਹੈ, ਇਹ ਆਪਣੀ ਮਸਤੀ ਦੇ ਵਿੱਚ ਉਹਦੇ ਨਾਮ ਦੇ ਨਾਲ ਜਪਿਆ ਹੋਇਆ। ਤੇ ਨਿਰੰਕਾਰ ਜੀ ਕਹਿੰਦੇ ਵੀ ਉਹੀ ਨਾਲ ਜਿਹੜੀ ਮਾਲਾ ਹੈ ਉਹ ਤੁਹਾਡੇ ਹਿਰਦੇ ਦੇ ਵਿੱਚ ਜਾ ਕੇ ਟਿਕ ਜਾਂਦੀ ਹੈ, ਉੱਥੇ ਵੀ ਨਾਮ ਰੂਪੀ ਪਰਾਬਾਣੀ ਦੇ ਵਿੱਚ ਜਾ ਕੇ ਉਹ ਮਾਲਾ ਬਣ ਜਾਂਦੀ ਹੈ। ਤੇ ਨਿਰੰਕਾਰ ਜੀ ਕਹਿੰਦੇ ਨੇ ਇਹ ਮਾਲਾ ਤੇਰੇ ਅੰਗ ਸੰਗ ਸਦਾ ਸਹਾਈ, ਇੱਥੇ ਵੀ ਰਹਿੰਦੀ ਹੈ ਤੇ ਪਰਲੋਕ ਦੇ ਵਿੱਚ ਵੀ ਤੇਰੀ ਸਹਾਇਕ ਬਣਦੀ ਹੈ। ਆਸਾ ਮਹਿਲਾ ਪੰਜਵਾਂ, ਜਿਸ ਕਾ ਸਭ ਕਿਛ ਤਿਸ ਕਾ ਹੋਏ, ਤਿਸ ਜਨ ਲੇਪ ਨਾ ਵਿਆਪੈ ਕੋਏ। ਸੋ ਇਸ ਕਰਕੇ ਸਾਨੂੰ ਇਹ ਜਿਹੜੇ ਗੁਰਮੁਖ ਪਿਆਰੇ ਮਾਲਾ ਫੇਰਦੇ ਨੇ, ਉਹਨਾਂ ਨੂੰ ਨਿੰਦਣਾ ਨਹੀਂ ਚਾਹੀਦਾ, ਆਪਣੇ ਆਪ ਨੂੰ ਸੁਚੇਤ ਕਰਨਾ ਚਾਹੀਦਾ। ਤੇ ਨਿਰੰਕਾਰ ਜੀ ਹੁਣ ਇੱਥੇ ਆਪਾਂ ਨੂੰ ਕਹਿੰਦੇ ਨੇ, ਜਿਸ ਕਾ ਸਭ ਕੁਛ ਤਿਸ ਕਾ ਹੋਏ, ਜਿਸ ਪਰਮੇਸ਼ਰ ਦਾ ਸਭ ਕੁਛ ਦਿੱਤਾ ਹੋਇਆ ਸਾਡੇ ਕੋਲ ਹੈ, ਔਰ ਜਿਸ ਨੇ ਇਸ ਤਰ੍ਹਾਂ ਆਪਣੇ ਆਪ ਨੂੰ ਪਹਿਚਾਣ ਲਿਆ ਵੀ ਸਭ ਕੁਛ ਉਹ ਅਕਾਲ ਪੁਰਖ ਦਾ ਹੀ ਹੈ, ਤਾਂ ਕਹਿੰਦੇ ਤਿਸ ਜਨ ਲੇਪ ਨਾ ਵਿਆਪੇ ਕੋਏ। ਉਸ ਨੂੰ ਪਾਪ ਤੇ ਪੁੰਨ ਦਾ ਲੇਪ, ਦੁੱਖ ਸੋਗ ਦਾ ਲੇਪ ਨਹੀਂ ਆਣ ਕੇ ਕਿਸੇ ਤਰ੍ਹਾਂ ਵੀ ਤੰਗ ਕਰ ਸਕਦਾ, ਨਾ ਹੀ ਲੇਪ ਉਹਨੂੰ ਵਿਆਪਦਾ ਹੈ। ਹਰ ਕਾ ਸੇਵਕ ਸਦ ਹੀ ਮੁਕਤਾ, ਜੋ ਕਿਛ ਕਰੈ ਸੋਈ ਪਲ ਜਨ ਕੈ, ਅਤ ਨਿਰਮਲ ਦਾਸ ਕੀ ਜੁਗਤਾ। ਹਰੀ ਪ੍ਰਮਾਤਮਾ ਦਾ ਸੇਵਕ ਤਾਂ ਸਦਾ ਹੀ ਮੁਕਤ ਹੈ। ਵਾਹਿਗੁਰੂ ਜੀ ਉਸ ਨੂੰ ਮੋਕਸ਼ ਦਾ ਦਰ ਤੇ ਮੋਕਸ਼ ਦਾ ਦਰਜਾ ਇਹਦੂ ਸੰਸਾਰ ਦੇ ਤੇ ਜੀਵਨ ਕਾਲ ਦੇ ਵਿੱਚ, ਸਮੇਂ ਦੇ ਵਿੱਚ ਹੀ ਬਖਸ਼ ਦਿੰਦੇ ਹਨ। ਜੋ ਕੁਛ ਕਰੇ ਸੋਈ ਭਲ ਜਨ ਕੈ, ਜੋ ਕੁਛ ਨਿਰੰਕਾਰ ਵਾਹਿਗੁਰੂ ਜੀ ਕਹਿੰਦੇ ਨੇ, ਉਹ ਜਿਹੜਾ ਦਾਸ ਹੈ, ਜਿਹੜਾ ਨਿਰੰਕਾਰ ਸੱਚੇ ਪਾਤਸ਼ਾਹ ਦਾ ਪਿਆਰਾ ਬਣ ਗਿਆ, ਉਸ ਪ੍ਰਮਾਤਮਾ ਨੂੰ ਉਹ ਚੰਗਾ ਲੱਗਣਾ ਸ਼ੁਰੂ ਹੋ ਜਾਂਦਾ ਹੈ। ਉਹ ਫਿਰ ਜੋ ਦਾਸ ਕੁਝ ਵੀ ਆਪਣਾ ਕੋ ਵਚਨ ਕਰਦਾ ਜਾਂ ਜੋ ਵੀ ਕੁਝ ਕਰਦਾ ਹੈ, ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਪ੍ਰਵਾਨ ਕਰ ਲੈਂਦੇ ਨੇ। ਇੱਕ ਅਰਥ ਇਹ ਨੇ ਇਹਦੇ। ਦੂਜੇ ਨੇ ਜੋ ਕੁਛ ਕਰੇ ਸੋਈ ਭਲ ਜਨ ਕਾ, ਜਿਹੜੇ ਸਤਿਗੁਰ ਪਿਆਰੇ ਦੇ ਪਿਆਰੇ ਨੇ, ਉਹ ਦੁੱਖ ਸੋਗ, ਰੋਗ ਸੋਗ, ਆਨੰਦ ਖੁਸ਼ੀ ਦੇ ਵਿੱਚ ਉਹ ਪਰਮਾਤਮਾ ਦੀ ਹੀ ਵਡਿਆਈ ਕਰਦੇ ਨੇ ਵੀ ਇਹ ਸਭ ਕੁਝ ਉਹਦੇ ਹੁਕਮ ਦੇ ਵਿੱਚ ਹੀ ਹੋ ਰਿਹਾ ਹੈ। ਤੇ ਅਤ ਨਿਰਮਲ ਦਾਸ ਕੀ ਜੁਗਤਾ, ਜਿਹੜੇ ਇਸ ਤਰ੍ਹਾਂ ਅਨੁਭਵ ਕਰਨ ਲੱਗ ਪੈਂਦੇ ਨੇ, ਨਿਰੰਕਾਰ ਸੱਚੇ ਪਾਤਸ਼ਾਹ ਦੇ ਗਿਆਨ ਨੂੰ ਹਿਰਦੇ ਦੇ ਵਿੱਚ ਧਾਰਨ ਕਰ ਲੈਂਦੇ ਨੇ ਭਾਈ। ਉਹ ਕਹਿੰਦੇ ਨੇ ਉਹਨਾਂ ਦੀ ਜਿਹੜੀ ਸੁਰਤੀ ਹੁੰਦੀ ਆ, ਬੁੱਧ ਹੁੰਦੀ ਆ, ਉਹ ਬਹੁਤ ਉੱਚੀ ਨਿਰਮਲ ਬਣ ਜਾਂਦੀ ਆ, ਤੇ ਉਹਨਾਂ ਦੀ ਜਿਹੜੀ ਜੁਗਤੀ ਵੀ ਹੈ ਜਪਣ ਦੀ, ਉਹ ਵੀ ਬਹੁਤ ਨਿਰਮਲ ਉੱਚੀ ਬਣ ਜਾਂਦੀ ਹੈ। ਰਹਾਉ ਸਗਲ ਤਿਆਗ ਹਰ ਸਰਣੀ ਆਇਆ, ਤਿਸ ਜਨ ਕਹਾਂ ਵਿਆਪੈ ਮਾਇਆ। ਕਹਿੰਦੇ ਉਹ ਸਾਰਿਆਂ ਦੀ ਓਟ ਛੱਡ ਕੇ ਪਰਮਾਤਮਾ ਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ। ਤਿਸ ਜਨ ਕਹਾਂ ਵਿਆਪੇ ਮਾਇਆ, ਕਹਿੰਦੇ ਵੀ ਉਹ ਜਿਹੜਾ ਜੀਵ ਗੁਰੂ ਦੀ ਸ਼ਰਨ ਦੇ ਵਿੱਚ ਆ ਗਿਆ, ਸਭ ਕੁਝ ਛੱਡ ਕੇ, ਸੰਸਾਰੀ ਬੰਧਨਾਂ ਨੂੰ ਖਤਮ ਕਰਕੇ ਔਰ ਵਿਸ਼ੇ ਵਿਕਾਰਾਂ ਦੇ ਵਿੱਚੋਂ ਨਿਕਲ ਕੇ, ਕਹਿੰਦੇ ਉਸ ਜਨ ਨੂੰ, ਉਸ ਦਾਸ ਨੂੰ
ਫਿਰ ਇਹ ਜਿਹੜੀ ਮਾਇਆ ਹੈ ਜਾਂ ਮਾਇਆ ਦੇ ਬੰਧਨ ਨੇ, ਜੇ ਮਾਇਆ ਜਿਹੜੇ ਵੱਖਰੇ ਵੱਖਰੇ ਰੂਪਾਂ ਦੇ ਵਿੱਚ ਇਹ ਇਦੂ ਸੰਸਾਰ ਦੇ ਉੱਤੇ ਛਲ ਕਰ ਕਰਕੇ ਜਿਵੇਂ ਭੋਲਿਆਂ ਨੂੰ ਆਪਣੇ ਵੱਸ ਕਰੀ ਜਾਂਦੇ, ਉਹਨਾਂ ਦੇ ਉਹ ਮਾਇਆ ਇਹਨਾਂ ਦੇ ਲਾਗੇ ਨਹੀਂ ਆਉਂਦੀ, ਨਾ ਹੀ ਆਣ ਕੇ ਇਹਨਾਂ ਨੂੰ ਕਿਸੇ ਤਰ੍ਹਾਂ ਚੁੰਬੜ ਸਕਦੀ ਹੈ, ਤੇ ਨਾ ਹੀ ਇਹਨੂੰ ਬੰਦਰਾਂ ਦੇ ਵਿੱਚ ਜੀਵ ਨੂੰ ਬੰਨ ਸਕਦੀ, ਜਿਹਦੇ ਅੰਦਰੋਂ ਪ੍ਰਮਾਤਮਾ ਵਾਹਿਗੁਰੂ ਜੀ ਦਾ ਨਾਮ ਵਸ ਗਿਆ। दाम निदान जाके मन माहे, तिसको चिंता सुपने नाहे। ਜਿਹਦੇ ਹਿਰਦੇ ਦੇ ਵਿੱਚ ਭਾਈ ਨਾਮ ਵਸ ਗਿਆ, 9 ਨਿਧੀਆਂ 18 ਸਿੱਧੀਆਂ ਦਾ ਖਜ਼ਾਨਾ ਨਿਰੰਕਾਰ ਵਾਹਿਗੁਰੂ ਜੀ ਉਸ ਨੂੰ ਦੇ ਦਿੰਦੇ ਨੇ। ਫਿਰ ਉਸ ਜੀਵ ਨੂੰ ਸੁਪਨੇ ਦੇ ਵਿੱਚ ਵੀ ਚਿੰਤਾ ਦਾ ਰੋਗ ਆਣ ਕੇ ਨਹੀਂ ਸਤਾ ਸਕਦਾ। कहो नानक गुर पूरा पाया, परम मोह सगल बिनसाया। ਗੁਰੂ ਨਿਰੰਕਾਰ ਜੀ ਕਹਿੰਦੇ ਨੇ, ਜਿਨ੍ਹਾਂ ਨੇ ਪੂਰਾ ਗੁਰੂ ਪਾ ਲਿਆ, ਭਰਮ ਮੋਹ ਸਗਲ ਬਿਨਸਾਇਆ, ਉਹਨਾਂ ਦਾ ਭਰਮ ਵੀ ਦੂਰ ਵਾਹਿਗੁਰੂ ਜੀ ਨੇ ਕਰ ਦਿੱਤਾ। ਮੋਹ ਦਾ ਜਿਹੜਾ ਕੰਡਾ ਸੀ, ਜਿਹਨੂੰ ਹਉਮੈ ਵੀ ਕਿਹਾ ਗਿਆ ਹੈ, ਉਹ ਵੀ ਸਤਿਗੁਰ ਸੱਚੇ ਪਾਤਸ਼ਾਹ ਨੇ ਰੋਗ ਨੂੰ ਦੂਰ ਕਰ ਦਿੱਤਾ ਤੇ ਸਗਲ ਬਿਨਸਾਇਆ। ਤੇ ਬਾਕੀ ਸਾਰੇ ਜਿਹੜੇ ਵਿਕਾਰ ਸਨ, ਜਿਨ੍ਹਾਂ ਦੇ ਨਾਲ ਮਨ ਦੇ ਵਿੱਚ ਬਹੁਤ ਚਿੰਤਾ ਤ੍ਰਿਸ਼ਨਾ ਲੱਗੀ ਰਹਿੰਦੀ ਹੁੰਦੀ ਸੀ, ਇਹ ਸਾਰਿਆਂ ਨੂੰ ਵਾਹਿਗੁਰੂ ਜੀ ਨੇ ਨਾਸ ਕਰ ਦਿੱਤਾ। ਆਸਾ ਮਹਿਲਾ ਪੰਜਵਾਂ, ਜੋ ਸੋ ਪ੍ਰਸੰਨ ਹੋਇਓ ਪ੍ਰਭ ਮੇਰਾ, ਤਾਂ ਦੁਖ ਪਰਮ ਕਹੂੰ ਕੈਸੇ ਨੇਰਾ। ਜਿਸ ਵੇਲੇ ਪਤੀ ਪ੍ਰਮਾਤਮਾ ਵਾਹਿਗੁਰੂ ਨਿਰੰਕਾਰ ਜੀ ਜੀਵ ਦੇ ਉੱਤੇ ਪ੍ਰਸੰਨ ਹੋ ਜਾਂਦੇ ਨੇ, ਜਿਸ ਵੇਲੇ ਉਸ ਦੇ ਜੀਵ ਦੇ ਜਿਹੜੇ ਕੀਤੇ ਹੋਏ ਕਰਮ ਹੁੰਦੇ ਨੇ ਉਹ ਵਾਹਿਗੁਰੂ ਨੂੰ ਪ੍ਰਵਾਨ ਹੋਣੇ ਸ਼ੁਰੂ ਹੋ ਗਏ, ਤੇ ਨਿਰੰਕਾਰ ਜੀ ਉਸ ਜੀਵ ਨੂੰ ਆਪਣਾ ਬਣਾ ਲੈਂਦੇ ਨੇ ਪ੍ਰਸੰਨ ਹੋ ਕੇ। ਹੁਣ ਜੇ ਤੇ ਪ੍ਰਸੰਨ ਹੋ ਗਏ, ਉਹਨੂੰ ਆਪਣਾ ਬਣਾ ਲੈਂਦੇ ਨੇ ਉਹ। ਤਾਂ ਦੁੱਖ ਭਰਮ ਕੋ ਕੈਸੇ ਨੇਰਾ, ਦੱਸੋ ਭਾਈ ਦੁੱਖ ਭਰਮ ਉਹਦੇ ਨੇੜੇ ਕਿਵੇਂ ਜਾ ਆ ਸਕਦਾ ਹੈ। ਸੁਨ ਸੁਨ ਜੀਵਾ ਸੋਏ ਤੁਮਾਰੀ, ਮੋਹਿ ਨਿਰਗੁਣ ਕੋ ਲਿਹੋ ਉਧਾਰੀ। ਇਹ ਵਾਹਿਗੁਰੂ ਜੀ, ਮੈਂ ਤਾਂ ਆਪ ਜੀ ਦੀ ਸੋਭਾ ਸੁਣ ਸੁਣ ਕੇ ਇਹ ਜੀਵਨ ਬਤੀਤ ਕਰ ਰਿਹਾ ਹਾਂ। ਸੁਣ ਸੁਣ ਜੀਵਾ ਸੋਏ ਤੁਮਾਰੀ, ਸੋਏ ਹੁੰਦੀ ਸੋਭਾ। ਕਹਿੰਦੇ ਅਸੀਂ ਤਾਂ ਤੁਹਾਡੀ ਸੋਭਾ ਸੁਣ ਸੁਣ ਕੇ ਵਾਹਿਗੁਰੂ ਜੀ ਅਤਿਅੰਤ ਆਨੰਦ ਦੇ ਵਿੱਚ ਆਪਣੇ ਆਪ ਨੂੰ ਮਹਿਸੂਸ ਕਰਦੇ ਹਾਂ। ਮੋਹਿ ਨਿਰਗੁਣ ਕੋ ਲਿਓ ਉਧਾਰੀ, ਮੇਰੀ ਅਰਦਾਸ ਬੇਨਤੀ ਆਪ ਜੀ ਦੇ ਚਰਨਾਂ ਦੇ ਵਿੱਚ, ਵਾਹਿਗੁਰੂ ਜੀ ਮੈਂ ਨਿਰਗੁਣ ਹਾਂ, ਮੇਰੇ ਵਿੱਚ ਕੋਈ ਗੁਣ ਨਹੀਂ ਆ। ਸਤਿਗੁਰੂ ਜੀ ਮੇਰੇ ਨੋਏ ਨਿਰਗੁਣ ਨੂੰ ਕਿਰਪਾ ਕਰੋ, ਆਪ ਹੀ ਇਹ ਸੰਸਾਰ ਸਾਗਰ ਤੋਂ ਬਚਾ ਲਵੋ। ਰਹਾਉ ਮਿਟ ਗਿਆ ਦੁਖ ਵਿਸਾਰੀ ਚਿੰਤਾ, ਫਲ ਪਾਇਆ ਜਪ ਸਤਿਗੁਰ ਮੰਤਾ। ਗੁਰੂ ਨਿਰੰਕਾਰ ਦਾ ਮੰਤਰ ਜਿਹੜਾ ਹੈ, ਵਾਹਿਗੁਰੂ ਮੰਤਰ ਜਿਹੜਾ ਹੈ, ਕਹਿੰਦੇ ਉਹਦੇ ਜਪਣ ਦੇ ਨਾਲ ਸਾਨੂੰ ਇੱਕ ਬਹੁਤ ਉੱਚਾ ਸੁੱਚਾ ਫਲ ਵਾਹਿਗੁਰੂ ਜੀ ਨੇ ਬਖਸ਼ਿਸ਼ ਕਰ ਦਿੱਤਾ। ਉਹ ਫਲ ਕਿਹੜਾ ਬਖਸ਼ਿਸ਼ ਕਰ ਦਿੱਤਾ? ਨਾਮ ਪ੍ਰਗਟ ਹੋ ਗਿਆ। ਉਸ ਨਾਮ ਪ੍ਰਗਟ ਕਰਨ ਦੇ ਨਾਲ ਸਾਡੇ ਦੁੱਖ ਜਿਹੜੇ ਵੱਡੇ ਨੇ ਜਨਮ ਤੇ ਮਰਨ ਦੇ, ਉਹ ਵੀ ਮਿਟ ਗਏ, ਤੇ ਜਿਹੜੀ ਸਾਡੀ ਚਿੰਤਾ ਸੀ, ਜਿਹੜੇ ਸਾਨੂੰ ਵਿਸ਼ਾ ਵਿਕਾਰਾਂ ਦੇ ਜਾਂ ਦੀ ਚਿੰਤਾ ਸੀ ਜਾਂ ਸੰਸਾਰ ਦੀ ਚਿੰਤਾ ਸੀ, ਉਹ ਝਮੇਲਿਆਂ ਤੋਂ ਵੀ ਨਿਰੰਕਾਰ ਵਾਹਿਗੁਰੂ ਜੀ ਨੇ ਹੱਥ ਦੇ ਕੇ ਸਾਨੂੰ ਰੱਖ ਲਿਆ, ਔਰ ਉਹ ਸਾਰੀਆਂ ਚਿੰਤਾ ਵੀ ਸਾਡੀਆਂ ਵਿਸਰ ਗਈਆਂ, ਅਸੀਂ ਉਹਨਾਂ ਨੂੰ ਵੀ ਭੁਲਾ ਦਿੱਤਾ। ਸੋਈ ਸਤ ਸਤ ਹੈ ਸੋਏ, ਸਿਮਰ ਸਿਮਰ ਰਖ ਕੰਠ ਪਰੋਏ। ਉਹ ਪਰਮੇਸ਼ਰ ਪਿੱਛੇ ਵੀ ਸਤ ਸੀ, ਸਤ ਦਾ ਮਤਲਬ ਸੱਚੇ। ਇਸ ਸੰਸਾਰ ਦੇ ਪ੍ਰਤਪਾਲਕ ਅੱਜ ਵੀ ਨੇ, ਅਗਾਂਹ ਵੀ ਰਹਿਣਗੇ। ਸੋ ਇਸ ਕਰਕੇ ਕਿਹਾ ਸੋਈ ਸਤ ਸਤ ਹੈ ਸੋਏ, ਪਿੱਛੇ ਵੀ ਸਤ, ਅੱਜ ਵੀ ਸਤ, ਅਗਾਂਹ ਵੀ ਸਤ ਨੇ ਉਹ। ਇਸ ਕਰਕੇ ਇਹ ਸੰਸਾਰ ਦੇ ਜੀਵ ਸਿਮਰ ਸਿਮਰ ਰਖ ਕੰਠ ਪਰੋਏ, ਉਸ ਦੇ ਨਾਮ ਨੂੰ ਸਿਮਰ ਸਿਮਰ ਕੇ, ਉਹਦਾ ਹਾਰ ਬਣਾ ਕੇ, ਉਹਦੀ ਮਾਲਾ ਬਣਾ ਕੇ ਇਸ ਹਿਰਦੇ ਦੇ ਵਿੱਚ, ਹਿਰਦੇ ਘਰ ਦੇ ਵਿੱਚ ਟਿਕਾ ਲੈ। ਕਹੋ ਨਾਨਕ ਕੌਣ ਉਹ ਕਰਮਾ, ਜਾ ਕੇ ਮਨ ਵਸਿਆ ਹਰ ਨਾਮਾ। ਗੁਰੂ ਨਿਰੰਕਾਰ ਜੀ ਕਹਿੰਦੇ ਨੇ ਵੀ ਹੋਰ ਦੱਸੋ ਕਿਹੜਾ ਕਰਮ ਕਰੀਏ, ਕੌਣ ਉਹ ਕਰਮ, ਕਿਹੜਾ ਹੋਰ ਕੰਮ ਕਰੀਏ ਜਿਹੜਾ ਕਿ ਜਿਹਦੇ ਨਾਲ ਪ੍ਰਮਾਤਮਾ ਵਾਹਿਗੁਰੂ ਜੀ ਸਾਡੇ ਉੱਤੇ ਖੁਸ਼ ਹੋ ਜਾਣ। ਪਰ ਉਹ ਜਦੋਂ ਉੱਪਰੋਂ ਦੇਖਾਂਗੇ ਤੇ ਨਿਰੰਕਾਰ ਤੇ ਸਾਡੇ ਉੱਤੇ ਕਿਰਪਾ ਕਰ ਦਿੱਤੀ ਹੈ। ਕਹਿੰਦੇ ਉਸ ਜੀਵ ਨੂੰ ਹੋਰ ਕਰਮ ਵੀ ਕਰਨ ਦੀ ਕੋਈ ਜ਼ਰੂਰਤ ਨਹੀਂ, ਜਿਹਦੇ ਮਨ ਦੇ ਵਿੱਚ ਪ੍ਰਮਾਤਮਾ ਵਾਹਿਗੁਰੂ ਦਾ ਨਾਮ ਆਣ ਕੇ ਵਸ ਗਿਆ। ਆਸਾ ਮਹਿਲਾ ਪੰਜਵਾਂ, ਕਾਮ ਕ੍ਰੋਧ ਹੰਕਾਰ ਵਿਗੂਤੇ, ਹਰ ਸਿਮਰਨ ਕਰ ਹਰ ਜਨ ਛੂਟੇ। ਇੱਥੇ ਕੀ ਦੇਖਾਂਗੇ ਤੁਸੀਂ, ਵਾਹਿਗੁਰੂ ਜੀ
ਇੱਕ ਇੱਕ ਤੁਕ ਦੇ ਵਿੱਚ ਇੱਕ ਪਹਿਲਾਂ ਜਿਹੜੀ ਤੁਕ ਦੇ ਵਿੱਚ 4 ਜਾਂ 5 ਜਿਹੜੇ ਬਚਨ ਗੁਰੂ ਜੀ ਕਹਿਣਗੇ ਇਹ ਮਨਮੁਖਾਂ ਦੇ ਪਰਥਾਏ ਨੇ। ਇਦੂ ਤੁਕ ਦੇ ਵਿੱਚ ਨਾਲ ਦੀ ਜਿਹੜਾ ਆਏਗਾ ਉਹ ਗੁਰਮੁਖਾਂ ਦੇ ਪਰਥਾਏ ਮਹਾਰਾਜ ਸੱਚੇ ਪਾਤਸ਼ਾਹ ਨੇ ਲਿਖੇ। ਇੱਥੇ ਮਨਮੁਖ ਤੇ ਗੁਰਮੁਖ ਨੂੰ ਜੇ ਮਨਮੁਖ ਦੀ ਸਮਝ ਲਓ ਉਹਨਾਂ ਨੂੰ ਥੋੜੀ ਜਿਹੀ ਪ੍ਰੇਮ ਦੇ ਨਾਲ ਝਿੜਕ ਦੇ ਰਹੇ ਨੇ, ਤੇ ਜਿਹੜੇ ਗੁਰਮੁਖ ਨੇ ਉਹਨਾਂ ਨੂੰ ਪ੍ਰੇਮ ਦੇ ਰਹੇ ਨੇ। ਮਨਮੁਖਾਂ ਦੀ ਨਿੰਦਿਆ ਕਰ ਰਹੇ ਨੇ, ਉਹਨਾਂ ਨੂੰ ਸੁਚੇਤ ਕਰ ਰਹੇ ਨੇ, ਤੇ ਨਿਰੰਕਾਰ ਜੀ ਗੁਰਮੁਖਾਂ ਨੂੰ ਉਸਤਤ ਵਡਿਆਈ ਦੇ ਰਹੇ ਨੇ। ਕਹਿੰਦੇ ਕਾਮ ਕ੍ਰੋਧ ਅਹੰਕਾਰ ਵਿਗੂਤੇ, ਜਿਹੜੇ ਮਨਮੁਖ ਪੁਰਸ਼ ਕਾਮ ਕ੍ਰੋਧ ਅਹੰਕਾਰ ਆਦਿਕ ਵਿਸ਼ੇ ਵਿਕਾਰਾਂ ਦੇ ਵਿੱਚ ਫਸੇ ਹੋਏ ਨੇ, ਉਹ ਸਦਾ ਇਦੂ ਸੰਸਾਰ ਦੇ ਉੱਤੇ ਦੁੱਖ ਹੀ ਭੋਗਦੇ ਨੇ। ਵਾਰ-ਵਾਰ ਜਨਮ ਦੇ ਚੱਕਰ ਦੇ ਵਿੱਚ ਉਹਨਾਂ ਨੂੰ ਪੈਣਾ ਪੈਂਦਾ ਹੈ। ਬੇਅੰਤ ਦੁੱਖ ਪਾ ਕੇ ਸੰਸਾਰ ਦੇ ਉੱਤੇ ਆਉਂਦੇ ਨੇ, ਬੇਅੰਤ ਦੁੱਖ ਪਾ ਕੇ ਇੱਥੋਂ ਜਾਂਦੇ ਨੇ। ਤੇ ਜਿਹੜੇ ਗੁਰਮੁਖ ਹੁੰਦੇ ਨੇ ਉਹ ਹਰੀ ਪ੍ਰਮਾਤਮਾ ਦੇ ਸਿਮਰਨ ਦੇ ਵਿੱਚ ਜੁੜ ਕੇ ਕਾਮ ਕ੍ਰੋਧ ਦੇ ਹੋਰ ਵਿਸ਼ੇ ਵਿਕਾਰਾਂ ਦੇ ਜਿਹੜੇ ਤੱਤ ਵਿਸ਼ੇ ਵਿਕਾਰਾਂ ਦੇ ਜਿਹੜੇ ਇਹ ਹਨ ਤੱਤ, ਉਹਨਾਂ ਦੇ ਕੋਲੋਂ ਛੁੱਟ ਜਾਂਦੇ ਨੇ, ਛੁੱਟ ਕੇ ਰਹਿੰਦੇ ਹਨ। ਸੋਏ ਰਹੇ ਮਾਇਆ ਮਦ ਮਾਤੇ, ਜਾਗਤ ਭਗਤ ਸਿਮਰਤ ਹਰ ਰਾਤੇ। ਮਨਮੁਖ ਪੁਰਸ਼ ਮਾਇਆ ਦੀ ਸ਼ਰਾਬ, ਮਦ ਨੂੰ ਕਹਿੰਦੇ ਨੇ ਸ਼ਰਾਬ ਨੂੰ, ਮਾਇਆ ਦੀ ਸ਼ਰਾਬ ਦੇ ਨਾਲ ਔਰ ਮਾਇਆ ਦੀ ਮਸਤੀ ਦੇ ਵਿੱਚ ਉਹ ਬੈਠ ਕੇ ਸੌਂ ਜਾਂਦੇ ਨੇ। ਇਹ ਸਦਾ ਹੀ ਸੁੱਤੇ ਰਹਿੰਦੇ ਨੇ ਮਾਇਆ ਦੀ ਮਸਤੀ ਦੇ ਵਿੱਚ, ਉਹ ਬੇਅੰਤ ਸਮਾਂ ਸੁੱਤੇ ਹੀ ਰਹਿੰਦੇ ਨੇ, ਜੀਵਨ ਵੀ ਖਤਮ ਹੋ ਜਾਂਦਾ ਉਹਨਾਂ ਦਾ। ਪਰ ਜਿਹੜੇ ਪਰਮੇਸ਼ਰ ਨਿਰੰਕਾਰ ਦੇ ਭਗਤ ਨੇ ਉਹ ਵਾਹਿਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਦਾ ਸਿਮਰਨ ਕਰਦੇ ਕਰਦੇ ਸਦਾ ਜਾਗਦੇ ਰਹਿੰਦੇ ਨੇ। ਹੁਣ ਇੱਥੋਂ ਇਹ ਹੈ ਕਿ ਜਿਹੜੇ ਮਨਮੁਖ ਨੇ ਉਹ ਭਾਈ ਸਦਾ ਹੀ ਵਿਸ਼ੇ ਵਿਕਾਰਾਂ ਦੇ ਵਿੱਚ ਫਸੇ ਰਹਿੰਦੇ ਨੇ, ਉਹਨਾਂ ਦਾ ਜਨਮ ਮਰਨ ਖਤਮ ਨਹੀਂ ਹੁੰਦਾ। ਜਿਹੜੇ ਗੁਰਮੁਖ ਪਿਆਰੇ ਨੇ ਉਹ ਸਦਾ ਸੁਚੇਤ ਰਹਿੰਦੇ ਨੇ, ਉਹ ਹਰ ਵੇਲੇ ਸੁਚੇਤ ਰਹਿੰਦੇ ਨੇ ਕਿ ਸਾਡੇ ਕੋਲੋਂ ਕੋਈ ਐਸਾ ਕਰਮ ਨਾ ਹੋ ਜਾਵੇ ਜਿਹੜਾ ਕਿ ਸਾਡੇ ਪ੍ਰਮਾਤਮਾ ਪਤੀ ਨੂੰ ਪ੍ਰਵਾਨ ਨਾ ਹੋਵੇ। ਤੇ ਮਨਮੁਖ ਤੇ ਕਰਦੇ ਹੀ ਉਹ ਸਾਰੇ ਕਰਮ ਨੇ ਜਿਨ੍ਹਾਂ ਦੇ ਰਾਹੀਂ ਉਹਨਾਂ ਨੂੰ ਪ੍ਰਮਾਤਮਾ ਦਾ ਗਿਆਨ ਹੀ ਕੋਈ ਨਹੀਂ ਹੁੰਦਾ। ਰਹਾਉ ਮੋਹ ਪਰਮ ਬਹੁ ਜੋਨ ਪਵਾਇਆ, ਅਸਥਿਰ ਭਗਤ ਹਰ ਚਰਨ ਤੇ ਆਇਆ। ਨਿਰੰਕਾਰ ਜੀ ਕਿਸੇ ਚੀਜ਼ ਦਾ ਲਕੋ ਨਹੀਂ ਰੱਖਦੇ, ਆਖੇ ਹੁਣ ਹੀ ਦੱਸ ਦਿੱਤਾ। ਕਹਿੰਦੇ ਜਿਹੜੇ ਮੋਹ ਤੇ ਬੰਧਨਾਂ ਦੇ ਵਿੱਚ, ਮਾਇਆ ਦੇ ਬੰਧਨਾਂ ਦੇ ਵਿੱਚ, ਹਉਮੈ ਰੋਗ ਦੇ ਵਿੱਚ, ਵਿਸ਼ੇ ਵਿਕਾਰਾਂ ਦੇ ਵਿੱਚ, ਰਸਾਂ ਕਸਾਂ ਦੇ ਵਿੱਚ ਫਸੇ ਹੋਏ ਨੇ, ਉਹਨਾਂ ਨੂੰ ਮਾਲਕ ਨੇ ਬਹੁਤ ਜੂਨਾਂ ਦੇ ਵਿੱਚ ਹੀ ਘੁਮਾਇਆ। ਭਵਾਇਆ ਦਾ ਮਤਲਬ ਹੁੰਦਾ ਆ ਕਮਾਇਆ, ਬਹੁਤ ਜੂਨਾਂ ਦੇ ਵਿੱਚ ਹੀ ਕਮਾਇਆ ਤੇ ਬਹੁਤ ਜੂਨਾਂ ਦੇ ਵਿੱਚ ਹੀ ਉਹ ਮੁੜ ਕੇ ਆਉਂਦੇ ਰਹਿਣਗੇ। ਪਰ ਜਿਨ੍ਹਾਂ ਨੇ ਪ੍ਰਮਾਤਮਾ ਵਾਹਿਗੁਰੂ ਦੀ ਭਗਤੀ ਕੀਤੀ ਉਹ ਭਗਤ ਜਨ ਬਣ ਗਏ। ਨਿਰੰਕਾਰ ਸੱਚੇ ਪਾਤਸ਼ਾਹ ਨੇ ਉਹਨਾਂ ਦਾ ਜਨਮ ਮਰਨ ਖਤਮ ਕਰ ਦਿੱਤਾ। ਉਹਨਾਂ ਨੇ ਉਹ ਨਿਰੰਕਾਰ ਦੇ ਚਰਨਾਂ ਨੂੰ ਧਿਆਉਣਾ ਕੀਤਾ, ਚਰਨਾਂ ਨੂੰ ਧਿਆਉਣਾ, ਨਿਰੰਕਾਰ ਦੀ ਬੰਦਗੀ ਕੀਤੀ, ਨਿਰੰਕਾਰ ਦੀ ਸੇਵਾ ਕੀਤੀ, ਨਿਰੰਕਾਰ ਦੇ ਨਾਮ ਨੂੰ ਹਰ ਵੇਲੇ ਆਰਾਧ ਕੇ ਆਪਣੇ ਜੀਵਨ ਨੂੰ ਉੱਚਾ ਤੇ ਸੁੱਚਾ ਨਿਰਮਲ ਬਣਾ ਕੇ ਇਸ ਜਗ੍ਹਾ ਦੇ ਉੱਤੋਂ ਵਡਿਆਈਆਂ ਪਾ ਕੇ ਮੋਖ ਦਾ ਦਰ ਪ੍ਰਾਪਤ ਕਰਕੇ ਉਹਨਾਂ ਦਾ ਆਉਣਾ ਜਾਣਾ ਖਤਮ ਹੋ ਜਾਂਦਾ, ਗੁਰੂ ਨਿਰੰਕਾਰ ਦੇ ਵਿੱਚ ਅਭੇਦ ਹੋ ਜਾਂਦੇ ਹਨ। ਬੰਧਨ ਅੰਧਕੂਪ ਗ੍ਰਹਿ ਮੇਰਾ, ਮੁਕਤੇ ਸੰਤ 부ਝੇ ਹਰ ਨੇਰਾ। ਜਿਹੜੇ ਮਨਮੁਖ ਜੀਵ ਨੇ ਉਹ ਮੇਰਾ ਮੇਰਾ ਕਰਦੇ ਹੋਏ ਆ ਘਰ ਮੇਰਾ, ਆ ਮੇਰੀ ਘਰ ਵਾਲੀ ਮੇਰੀ, ਆ ਬੱਚੇ ਮੇਰੇ, ਆ ਮਾਇਆ ਮੇਰੀ, ਆ ਖੇਤ ਮੇਰੇ, ਆ ਗੱਡੀਆਂ ਮੇਰੀਆਂ, ਇਸ ਤਰ੍ਹਾਂ ਮਾਇਆ ਇਹਦੇ ਵਿੱਚ ਹੀ ਉਹ ਬੱਝਿਆ ਰਹਿੰਦਾ ਹੈ। ਮੇਰੇ ਦੇ ਵਿੱਚ ਉਹ ਬੱਝਿਆ ਰਹਿੰਦਾ ਹੈ। ਤੇ ਉਹ ਇਸ ਤਰ੍ਹਾਂ ਹੁੰਦਾ ਕਿ ਜਿੱਦਾਂ ਇੱਕ ਬਹੁਤ ਹਨੇਰਾ ਖੂਹ, ਅੰਧਾ ਖੂਹ, ਜਿਹਦੇ ਵਿੱਚੋਂ ਹੋਰ ਕੁਝ ਨਾ ਇਹਨਾਂ ਚੀਜ਼ਾਂ ਤੋਂ ਬਗੈਰ ਉਸ ਨੂੰ ਦਿਸਦਾ ਹੋਵੇ। ਉਹ ਇਸ ਤਰ੍ਹਾਂ ਇੱਥੇ ਸੰਸਾਰ ਦੇ ਰਹਿੰਦੇ ਹੋਏ ਆਪਣੇ ਇਹ ਜੀਵਨ ਦਾ ਸਮਾਂ ਜਿਹੜਾ ਇਹਨੂੰ ਵਿਅਰਥ ਗਵਾ ਕੇ ਚਲੇ ਜਾਂਦੇ ਨੇ। ਮੁਕਤੇ ਸੰਤ ਬੁਝੇ ਹਨ ਨੇਰਾ, ਜਿਹੜੇ ਨਿਰੰਕਾਰ ਸੱਚੇ ਪਾਤਸ਼ਾਹ ਦੇ ਸੰਤ ਮਹਾਤਮਾ ਜਨ ਨੇ, ਹਰੀ ਪ੍ਰਮਾਤਮਾ ਦੇ ਹੁਕਮ ਦੇ ਵਿੱਚ, ਰਜ਼ਾ ਦੇ ਵਿੱਚ ਰਹਿੰਦੇ ਨੇ, ਉਹ ਇਸ ਤਰ੍ਹਾਂ ਇਹਨਾਂ ਬੰਧਨਾਂ ਤੋਂ ਸਦਾ ਨਿਰਲੇਪ ਹੋ ਕੇ ਪਰਮਾਤਮਾ ਵਾਹਿਗੁਰੂ ਨੂੰ ਆਪਣੇ ਅੰਗ ਸੰਗ ਹੀ ਜਾਣਦੇ ਹਨ। ਕਹੋ ਨਾਨਕ ਜੋ ਪ੍ਰਭ ਸਰਣਾਈ, ਇਹਾਂ ਸੁਖ ਆਗੇ ਗਤ ਪਾਈ। ਨਿਰੰਕਾਰ ਜੀ ਕਹਿੰਦੇ ਨੇ ਵੀ ਕਹੋ ਨਾਨਕ ਜੋ ਪ੍ਰਭ ਸਰਣਾਈ, ਜੋ ਸਤਿਗੁਰ ਦੀ ਸ਼ਰਨ ਦੇ ਵਿੱਚ ਆ ਜਾਂਦੇ ਨੇ, ਸਤਿਗੁਰ ਦੀ ਨਿਗਾਹ ਦੇ ਵਿੱਚ ਜਿਹੜੇ ਆ ਜਾਂਦੇ ਨੇ, ਇਹਾਂ ਸੁਖ ਆਗੇ ਗਤ ਪਾਈ, ਇੱਥੇ ਅੰਤ ਸੁਖਾਂ ਭਰਿਆ ਜੀਵਨ ਬਤੀਤ ਕਰਦੇ ਨੇ। ਅਗਾਂਹ ਜਾ ਕੇ ਉਹਨਾਂ ਨੂੰ ਮੁਕਤੀ ਦੀ ਗਤ ਪ੍ਰਾਪਤ ਹੋ ਜਾਂਦੀ, ਉਹਨਾਂ ਦਾ ਸੰਸਾਰ ਉੱਤੇ ਆਉਣਾ ਜਾਣਾ ਖਤਮ ਕਰ ਦਿੰਦੇ ਨੇ ਨਿਰੰਕਾਰ ਜੀ। ਆਸਾ ਮਹਿਲਾ ਪੰਜਵਾਂ,
तू मेरा तरंग हम मीन तुम्हारे, तू मेरा ठाकुर हम तेरा द्वारे। हे वाहिगुरु जी, तुसी ਸਮੁੰਦਰ ਹੋ ਤੇ ਅਸੀਂ ਨਿੱਕੀ ਜੀ ਮੱਛੀ ਹਾਂ ਤੁਹਾਡੇ ਸਮੁੰਦਰ ਦੇ ਵਿੱਚ। ਤੇ ਇੱਥੇ ਮਾਲਕ ਨੇ ਮੱਛੀ ਦਾ ਤੇ ਸਮੁੰਦਰ ਦਾ ਇਸ ਕਰਕੇ ਹਵਾਲਾ ਦਿੱਤਾ, ਮੱਛੀ ਸਮੁੰਦਰ ਤੋਂ ਜੁਦਾ ਹੋ ਕੇ ਬਹੁਤਾ ਸਮਾਂ ਨਹੀਂ ਜੀ ਸਕਦੀ, ਕੁਝ ਮਿੰਟਾਂ ਦੀ ਖੇਡ ਹੁੰਦੀ ਆ, ਉਹ ਪ੍ਰਾਣ ਤਿਆਗ ਦਿੰਦੀ, ਇੰਨਾ ਵਿਛੋੜਾ ਉਸ ਨੂੰ ਫਿਰ ਲੱਗਦਾ ਆਣ ਕੇ, ਇੰਨਾ ਵਿਰਾਗ ਹੋ ਜਾਂਦਾ ਉਸ ਨੂੰ। ਤੇ ਇਸੇ ਤਰ੍ਹਾਂ ਜਿਹੜਾ ਜੀਵ ਹੈ ਉਹ ਪਰਮਾਤਮਾ ਵਾਹਿਗੁਰੂ ਨੂੰ ਸਮੁੰਦਰ ਸਰੂਪ ਦੇਖ ਕੇ ਆਪਣੇ ਆਪ ਨੂੰ ਮੱਛੀ ਸਰੂਪ ਦੇਖੇ। ਜੇ ਕਿਤੇ ਕੋਈ ਸਵਾਸ ਵੀ ਬਿਰਥਾ ਹੋ ਜਾਵੇ ਨਿਰੰਕਾਰ ਦੇ ਨਾਮ ਤੋਂ ਬਗੈਰ, ਤਾਂ ਇਸੇ ਤਰ੍ਹਾਂ ਜਾਣੇ ਕਿ ਸਾਰੀ ਦਿਹਾੜੀ ਹੀ ਮੇਰੀ ਵਿਅਰਥ ਹੋ ਗਈ ਆ। ਸੋ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਮੋਰੇ ਅਰਦਾਸਾਂ ਬੇਨਤੀਆਂ ਕਰੋ ਵੀ ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਇੱਕ ਸਵਾਸ ਵੀ ਸਾਡਾ ਖਾਲੀ ਨਾ ਜਾਵੇ ਆਪ ਜੀ ਦੀ ਵਡਿਆਈ ਤੋਂ। ਜਦ ਨਾਲ ਮਹਾਰਾਜ ਕਹਿੰਦੇ ਤੂੰ ਮੇਰਾ ਠਾਕਰ ਹਮ ਤੇਰੇ ਦੁਆਰੇ, ਤੁਸੀਂ ਮੇਰੇ ਸੁਆਮੀ ਹੋ। ਠਾਕਰ ਕਹਿੰਦੇ ਨੇ ਸੁਆਮੀ ਨੂੰ, ਤੁਸੀਂ ਮੇਰੇ ਸੁਆਮੀ ਹੋ, ਅਸੀਂ ਆਪ ਜੀ ਦੇ ਦਰ ਘਰ ਦੇ ਚਾਕਰ ਹਾਂ। ਚਾਕਰ ਕਹਿੰਦੇ ਨੇ ਨੌਕਰ ਨੂੰ, ਦਾਸ ਨੂੰ, ਜਨ ਨੂੰ। ਤੂੰ ਮੇਰਾ ਕਰਤਾ ਹਾਂ ਸੇਵਕ ਤੇਰਾ, ਸਰਣ ਗਹੀ ਪ੍ਰਭ ਗੁਨੀ ਗਹਿਰਾ। ਇਹ ਮੇਰੇ ਪਰਮੇਸ਼ਰ ਪਰਮਾਤਮਾ ਜੀ, ਤੁਸੀਂ ਮੇਰੇ ਕਰਤੇ ਹੋ, ਤੁਹਾਡੇ ਹੁਕਮ ਦੇ ਨਾਲ ਮੈਂ ਸੰਸਾਰ ਦੇ ਉੱਤੇ ਵਾਹਿਗੁਰੂ ਜੀ ਆਇਆ ਹਾਂ, ਤੇ ਤੁਸੀਂ ਮੇਰੇ ਕਰਤੇ ਹੋ ਤੇ ਅਸੀਂ ਤੇਰੇ ਸੇਵਕ ਹਾਂ ਗੁਰੂ ਜੀ। ਸਰਣ ਗਹੀ ਪ੍ਰਭ ਗੁਣੀ ਗਹਿਰਾ, हे ਗੁਣੀ ਗਹਿਰਾ, ਗੁਣਾ ਦੇ ਖਜ਼ਾਨੇ, ਗਹੀ ਬਹੁਤ ਡੂੰਘੇ ਸਮੁੰਦਰ, ਗੁਣਾ ਦੇ ਬਹੁਤ ਡੂੰਘੇ ਸਮੁੰਦਰ ਜੀ, ਅਸੀਂ ਤੇਰੀ ਸ਼ਰਨ ਦੇ ਵਿੱਚ ਆਏ ਹੋਏ ਹਾਂ। ਰਹਾਓ ਤੂੰ ਮੇਰਾ ਜੀਵਨ ਤੂੰ ਆਧਾਰ, ਤੁਝ ਹੈ ਪੇਖ ਬਿਗਸੈ ਕੌਲਾਰ। ਤੁਸੀਂ ਹੀ ਮੇਰਾ ਮੈਨੂੰ ਜੀਵਨ ਦੇਣ ਵਾਲੇ ਹੋ, ਪ੍ਰਾਣ ਦੇਣ ਵਾਲੇ ਹੋ, ਮਤ ਦੇਣ ਵਾਲੇ ਹੋ, ਅਕਲ ਦੇਣ ਵਾਲੇ ਹੋ ਵਾਹਿਗੁਰੂ ਜੀ। ਤੇ ਤੁਸੀਂ ਹੀ ਮੇਰੇ ਪ੍ਰਾਣਾਂ ਦੇ ਰਖਵਾਲੇ ਹੋ, ਤੁਸੀਂ ਹੀ ਮੇਰੇ ਪ੍ਰਾਣਾਂ ਦੇ ਆਸਰੇ ਹੋ। ਤੁਹਾਨੂੰ ਦੇਖ ਦੇਖ ਕੇ ਮੇਰਾ ਮਨ ਹਰ ਵੇਲੇ ਵਿਗਸੇ ਕੌਲਾਰ, ਹਰ ਵੇਲੇ ਜਿੱਦਾਂ ਜਿਹੜਾ ਕਮਲ ਦਾ ਫੁੱਲ ਖਿੜਿਆ ਰਹਿੰਦਾ ਹੈ, ਬਹੁਤ ਸੋਹਣਾ ਲੱਗਦਾ ਮੇਰਾ ਮਨ ਆਪ ਜੀ ਨੂੰ ਦੇਖ ਕੇ, ਆਪ ਜੀ ਦਾ ਨਾਮ ਜਪ ਜਪ ਕੇ ਇਸੇ ਤਰ੍ਹਾਂ ਹਰ ਵੇਲੇ ਖਿੜਿਆ ਰਹਿੰਦਾ ਹੈ ਜੀ। ਤੂੰ ਮੇਰੀ ਗਤ ਪਤ ਤੂੰ ਪਰਵਾਨ, ਤੂੰ ਸਮਰੱਥ ਮੈਂ ਤੇਰਾ ਤਾਣ। ਤੁਸੀਂ ਹੀ ਮੇਰੀ ਗਤ ਹੋ ਤੇ ਪਤ ਹੋ, ਤੁਸੀਂ ਹੀ ਮੇਰੀ ਮੁਕਤੀ ਤੇ ਇੱਜ਼ਤ ਹੋ ਸਤਿਗੁਰ ਸੱਚੇ ਪਾਤਸ਼ਾਹ ਜੀਓ, ਤੇ ਤੁਸੀਂ ਹੀ ਮੈਨੂੰ ਪ੍ਰਵਾਨ ਕਰਨ ਵਾਲੇ ਹੋ। ਇਸ ਕਰਕੇ ਤੂੰ ਸਮਰੱਥ ਮੈਂ ਤੇਰਾ ਤਾਣ, ਤੁਸੀਂ ਸਮਰੱਥ ਹੋ ਵਾਹਿਗੁਰੂ ਜੀ, ਸਾਰੇ ਔਗਣ ਵੀ ਖਤਮ ਕਰ ਦਿੰਦੇ ਹੋ, ਮੈਨੂੰ ਆਪ ਜੀ ਦਾ ਹੀ ਆਸਰਾ ਬਲ ਹੈ। ਅਨ ਦਿਨ ਜਪਉ ਨਾਮ ਗੁਣਤਾਸ, ਨਾਨਕ ਕੀ ਪ੍ਰਭ ਪਹਿ ਅਰਦਾਸ। ਦਿਨ ਰਾਤ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਮੈਂ ਆਪ ਜੀ ਦੇ ਨਾਮ ਨੂੰ ਜਪਦਾ ਰਹਾ। ਸਤਿਗੁਰ ਸੱਚੇ ਪਾਤਸ਼ਾਹ ਜੀ ਮੇਰੀ ਇਹ ਅਰਦਾਸ ਬੇਨਤੀ ਆਪ ਜੀ ਦੇ ਚਰਨਾਂ ਦੇ ਵਿੱਚ ਹੈ। ਹਰ ਗੁਰਸਿੱਖ ਇਹ ਅਰਦਾਸ ਬੇਨਤੀ ਹੀ ਕਰਦਾ ਹੈ। ਅਕਾਲ ਪੁਰਖ ਵਾਹਿਗੁਰੂ ਸੰਸਾਰ ਦੇ ਉੱਤੇ ਸਾਰੇ ਸੁੱਖ ਵੀ ਦਿੱਤੇ ਨੇ, ਦੁੱਖ ਵੀ ਜੇ ਕਿਤੇ ਆਉਂਦਾ ਆਪ ਜੀ ਦੇ ਹੁਕਮ ਜਾਂ ਵਾਹਿਗੁਰੂ ਦਿਨ ਰਾਤ ਮੈਂ ਤੇਰਾ ਨਾਮ ਜਪਦਾ ਰਹਾ, ਜਿਹੜਾ ਨਾਮ ਆਪ ਜੀ ਨੇ ਬਖਸ਼ਿਸ਼ ਕੀਤਾ ਹੈ। ਇਹੀ ਮੇਰੀ ਆਪ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੈ। ਨਿਰੰਕਾਰ ਜੀ ਕਹਿੰਦੇ ਹਨ, ਆਸਾ ਮਹਿਲਾ ਪੰਜਵਾਂ, ਰੋਵਣ ਹਾਰੇ ਝੂਠ ਕਮਾਨਾ, ਹੱਸ ਹੱਸ ਸੋਗ ਕਰਤ ਬੇਗਾਨਾ। ਪਿਛਲੇ ਸਮੇਂ ਦੇ ਵਿੱਚ ਕੀ ਹੋਇਆ ਕਰਦਾ ਹੁੰਦਾ ਸੀ, ਜੇ ਕਿਸੇ ਦਾ ਕੋਈ ਘਰ ਦੇ ਵਿੱਚ ਜੀਵ ਚੜਾਈ ਕਰ ਜਾਂਦਾ ਹੁੰਦਾ ਸੀ, ਜਾਂ ਕੋਈ ਔਰਤ ਹੋਵੇ ਉਸ ਦਾ ਪਤੀ ਚੜਾਈ ਕਰ ਗਿਆ, ਚਲੋ ਸਤੀ ਦੀ ਰਸਮ ਤਾਂ ਹੌਲੀ ਹੌਲੀ ਘਟਦੀ ਗਈ ਸੀ ਉਸ ਵੇਲੇ, ਖਾਸ ਕਰਕੇ ਗੁਰੂ ਅਮਰਦਾਸ ਮਹਾਰਾਜ ਸਮੇਂ ਦੇ ਉੱਤੇ ਇਹ ਬਹੁਤ ਘਟ ਰਹਿ ਗਈ ਸੀ। ਪਰ ਅਜੇ ਵੀ ਜਿਹੜੇ ਮਨਮੁਖ ਲੋਕ ਨੇ ਇੱਧਰ ਸਾਊਥ ਇੰਡੀਆ ਵੱਲ ਜਿਹੜੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਲੁਕ ਛੁਪ ਕੇ ਕਰ ਹੀ ਲੈਂਦੇ ਨੇ। ਸੋ ਇੱਥੇ ਉਹ ਕੀ ਕਰਿਆ ਕਰਦੇ ਸਨ, ਪੰਡਤ ਕਹਿੰਦੇ ਸਨ ਜਿੱਦੂ ਘਰ ਦੇ ਵਿੱਚ ਸੋਗ ਪਿਆ ਪਈ ਉੱਥੇ ਘੱਟੋ ਘੱਟ 1 ਸਾਲ ਰੋਣਾ ਧੋਣਾ ਹੋਣਾ ਚਾਹੀਦਾ ਆ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਇਹ ਗੱਲ ਨੂੰ ਵੀ ਹੁਣ ਇੱਥੇ ਖੰਡਨ ਕਰਦੇ ਨੇ, ਕਹਿੰਦੇ ਨੇ ਰੋਵਣ ਹਾਰੇ ਝੂਠ ਕਮਾਨਾ, ਜਿਹੜਾ ਤੁਸੀਂ ਇਹ 1 ਸਾਲ ਦਾ ਤੁਹਾਨੂੰ ਜੋ ਉਹਨਾਂ ਨੇ ਬੰਧਨ ਬੰਨ੍ਹ ਦਿੱਤਾ ਵੀ ਤੁਸੀਂ 1 ਸਾਲ ਭਾਈ ਮਰੇ ਹੋਏ ਨੂੰ ਰੋਵੋ, ਇਹ ਝੂਠਾ ਹੀ ਰੋਣਾ ਕਹਿੰਦੇ, ਇਹਦਾ ਕੋਈ ਲਾਭ ਨਹੀਂ ਤੁਹਾਨੂੰ ਮਿਲਣਾ। ਹੱਸ ਹੱਸ ਸੋਗ ਕਰਤ ਬੇਗਾਨਾ,
ਤਾਂ ਕਿਸੇ ਦੇ ਘਰ ਦੇ ਵਿੱਚ ਖੁਸ਼ੀ ਆ ਜਾਂਦੀ ਹੁੰਦੀ ਸੀ, ਕਿਸੇ ਦੇ ਘਰ ਦੇ ਵਿੱਚ ਕੋਈ ਨਵਾਂ ਬਾਲ ਜੰਮ ਪੈਂਦਾ ਹੁੰਦਾ ਸੀ, ਉੱਥੇ ਬੜੀਆਂ ਖੁਸ਼ੀਆਂ ਹੁੰਦੀਆਂ ਸਨ। ਲੋਕ ਹੱਸ ਕੇ ਉੱਥੇ ਬਹੁਤ ਹੋਰ ਗੀਤ ਪਾਉਣੇ, ਹੋਰ ਅਨੇਕਾਂ ਤਰ੍ਹਾਂ ਦੇ ਨਾਚ ਕਰਵਾਉਣੇ ਉੱਥੇ। ਤਾਂ ਉਹ ਕਹਿੰਦੇ ਨੇ ਭਈ ਜਿਹੜਾ ਜੀਵ ਤੁਹਾਡੇ ਘਰ ਦੇ ਵਿੱਚ ਆਇਆ, ਜੇ ਇਹਦੀ ਖੁਸ਼ੀ ਦੇ ਵਿੱਚ ਤੁਸੀਂ ਹੱਸਦੇ ਜਾ ਰਹੇ ਹੋ, ਇਹ ਵੀ ਹੱਸਣਾ ਝੂਠਾ ਹੀ ਹੈ, ਇਹ ਵੀ ਨਸਫਲ ਹੈ, ਇਹਦਾ ਵੀ ਕੋਈ ਖਾਸ ਫਾਇਦਾ ਨਹੀਂ ਹੈ। को मुआ का कह कर गावन, को रोवे को हस हस पावन। को मुआ ਕੋਈ ਮਰ ਗਿਆ ਤੇ ਉਹਨਾਂ ਦੇ ਘਰ ਦੇ ਵਿੱਚ ਰੋਣਾ ਪੈ ਗਿਆ, ਕਿਸੇ ਦੇ ਘਰ ਦੇ ਵਿੱਚ ਬੱਚਾ ਜੰਮ ਪਿਆ, ਉਹਨਾਂ ਦੇ ਘਰ ਦੇ ਵਿੱਚ ਖੁਸ਼ੀਆਂ ਆ ਗਈਆਂ। ਕਹਿੰਦੇ ਕੋ ਮੂਆ ਕਾ ਕਹਿ ਘਰ ਗਾਵਨ, ਕਹਿੰਦੇ ਕੋ ਰੋਵੇ ਕੋ ਹੱਸ ਹੱਸ ਪਾਵਨ। ਇਹ ਸੰਸਾਰ ਦੀ ਕਹਿੰਦੇ ਖੇਡ ਹੀ ਬਣੀ ਹੋਈ ਹੈ। ਇਹ ਆਵਣ ਜਾਵਣ ਇੱਕ ਖੇਲ ਬਣਾਇਆ। ਇਹ ਤੇ ਤਾਂ ਮਰਨਾ ਜੰਮਣਾ ਜੇ ਇੱਕ ਮਾਲਕ ਨੇ ਸੱਚੇ ਪਾਤਸ਼ਾਹ ਨੇ ਹਾਲਤ ਦੀਆਂ ਟਿੰਡਾਂ ਵਾਲਾ ਕੰਮ ਹੈ ਭਾਈ। ਇੱਥੇ ਤਾਂ ਬਿਆਨ ਤਾਂ ਆਉਂਦੇ ਨੇ ਤੇ ਬਿਆਨ ਤੇ ਇੱਥੋਂ ਚਲੇ ਜਾਂਦੇ ਨੇ। ਕਹਿੰਦੇ ਵੇ ਕੇਸ ਨੂੰ ਹੱਸੀਏ ਤੇ ਕੇਸ ਨੂੰ ਰੋਈਏ। ਕੋਈ ਹੱਸੀ ਜਾ ਰਿਹਾ ਸੰਸਾਰ ਦੇ ਉੱਤੇ, ਕੋਈ ਰੋਈ ਜਾ ਰਿਹਾ। ਇਹ ਝੂਠੇ ਬੇਕਾਰਾਂ ਦੇ ਵਿੱਚ ਹੀ ਆਪਣੀ ਆਰਜਾ ਖਤਮ ਕਰੀ ਜਾ ਰਹੇ ਹਨ। ਰਹਾਉ ਵਾਲ ਵਿਵਸਥਾ ਤੇ ਬਿਰਧਾਨਾ, ਪਹੁੰਚ ਨ ਮੁਕਾ ਫਿਰ ਪਛਤਾਨਾ। ਕਹਿੰਦੇ ਵੇ ਸੋਗ ਦੇ ਵਿੱਚ ਤੇ ਹੱਸਣ ਦੇ ਵਿੱਚ ਲੱਗੇ ਹੋਏ ਸੰਸਾਰੀ ਜੀਵ ਬਾਲਕ ਤੋਂ ਉਹ ਬਿਰਧ ਹੋ ਗਏ, ਬਿਰਧ ਅਵਸਥਾ ਦੇ ਵਿੱਚ ਚਲੇ ਗਏ। ਜਦੋਂ ਬਿਰਧ ਅਵਸਥਾ ਦੇ ਵਿੱਚ ਚਲੇ ਗਏ ਤਾਂ ਫੇਰ ਕੀ ਹੋਇਆ, ਉਹ ਮੌਤ ਦਾ ਫਰਿਸ਼ਤਾ ਜਮ ਰਾਜਾ ਆ ਗਿਆ, ਆਣ ਕੇ ਉਹਨਾਂ ਨੂੰ ਬੰਨ੍ਹ ਕੇ ਜਦੋਂ ਤੋਰਨ ਲੱਗਾ ਅੱਗੇ, ਤਾਂ ਫੇਰ ਉਹ ਬਹੁਤ ਪਛਤਾਉਣ ਲੱਗ ਪਿਆ ਵੀ ਮੈਂ ਜਿਸ ਨੇ ਖੇਡ ਬਣਾਇਆ ਸੀ ਉਸ ਨੂੰ ਤਾਂ ਭਾਈ ਜਪਿਆ ਨਹੀਂ, ਤਾਂ ਹੁਣ ਤਾਂ ਮੇਰੇ ਜੀਵਨ ਕਾਲ ਦਾ ਸਮਾਂ ਖਤਮ ਹੋ ਗਿਆ। ਫਿਰ ਬੜਾ ਪਛਤਾਉਣਾ ਪੈਂਦਾ ਉਸ ਨੂੰ। ਤ੍ਰਹਿ ਗੁਣ ਮੈਂ ਵਰਤੈ ਸੰਸਾਰਾ, ਨਰਕ ਸੁਰਗ ਫਿਰ ਅਵਤਾਰਾ। ਕਹਿੰਦੇ ਤਿੰਨਾਂ ਗੁਣਾਂ ਦੇ ਵਿੱਚ ਇਹ ਸਾਰਾ ਸੰਸਾਰ ਫਸਿਆ ਹੋਇਆ ਹੈ। ਰਜ ਗੁਣ, ਤਮ ਗੁਣ, ਸਤ ਗੁਣ ਦੇ ਵਿੱਚ ਇਹ ਸਾਰਾ ਸੰਸਾਰ ਫਸਿਆ ਹੋਇਆ ਹੈ। ਨਰਕ ਸੁਰਗ ਫਿਰ ਅਵਤਾਰਾ। ਕਹਿੰਦੇ ਇਸੇ ਕਾਰਨ ਕਰਕੇ ਉਹਨਾਂ ਨੂੰ ਨਰਕਾਂ ਤੇ ਸੁਰਗਾਂ ਦੇ ਵਿੱਚ ਬਾਰ-ਬਾਰ ਜਾਣਾ ਪੈਂਦਾ, ਬਾਰ-ਬਾਰ ਸੰਸਾਰ ਦੇ ਉੱਤੇ ਆਉਣਾ ਪੈਂਦਾ। ਹੁਣ ਖਿਆਲ ਕਰਿਓ ਇੱਥੇ ਮਾਲਕ ਨੇ ਦੋਨੋਂ ਨਾਮ ਇਕੱਠੇ ਵਰਤੇ ਨੇ, ਨਰਕ ਤੇ ਸੁਰਗ। ਵੀ ਨਰਕਾਂ ਦੇ ਵਿੱਚ ਵੀ ਜਿਹੜਾ ਜੀਵ ਜਾਂਦਾ ਹੈ ਉਹ ਆਪਣੇ ਕੀਤੇ ਹੋਏ ਕਰਮਾਂ ਦਾ ਉੱਥੇ ਸਮਾਂ ਜਿਹੜਾ ਉਹਨੂੰ ਭੁਗਤਣਾ ਪੈਂਦਾ, ਫੇਰ ਕਿਤੇ ਜਾ ਕੇ ਨਰਕਾਂ ਤੋਂ ਉਹਦਾ ਛੁਟਕਾਰਾ ਹੁੰਦਾ। ਏਦਾਂ ਹੀ ਸਵਰਗ ਹੈ। ਜਿਹੜਾ ਜੀਵ ਇੱਥੇ ਸੰਸਾਰ ਤੇ ਸ਼ੁਭ ਕਰਮ ਕਰਦਾ ਹੈ ਉਸ ਨੂੰ ਉਹਦਾ ਫਲ ਮਿਲਦਾ ਵੀ ਤੈਂ ਸਵਰਗਾਂ ਦੇ ਵਿੱਚ ਰਹਿਣਾ। ਹੁਣ ਜਿੱਦਾਂ ਆਪਾਂ ਇੱਥੇ ਆਪਾਂ ਇੱਕ ਸਮਾਂ ਹੁੰਦਾ ਕਿ ਜਿੰਨਾ ਅਸੀਂ ਧਨ ਖਰਚਦੇ ਆ ਉਸੇ ਤਰ੍ਹਾਂ ਦਾ ਅਸੀਂ ਜਹਾਜ਼ ਦਾ ਟਿਕਟ ਲੈ ਸਕਦੇ ਹਾਂ, ਚਾਹੇ ਇਕੋਨਮੀ ਦਾ ਹੋ ਗਿਆ ਜਾਂ ਬਿਜ਼ਨਸ ਕਲਾਸ ਦਾ ਹੋ ਗਿਆ ਜਾਂ ਫਸਟ ਕਲਾਸ ਦਾ ਹੋ ਗਿਆ। ਪਰ ਜਾਂ ਅਸੀਂ ਰੇਲ ਦਾ ਟਿਕਟ ਲੈ ਲੈਂਦੇ ਹਾਂ ਤੇ ਜਦੋਂ ਸਾਡਾ ਸਟੇਸ਼ਨ ਆ ਜਾਂਦਾ, ਸਾਡੇ ਉਹ ਪੈਸੇ ਦੀ ਕੀਮਤ ਜਿਹੜੀ ਆ ਉਹ ਜਿੰਨਾ ਟਿਕਟ ਦੇ ਉੱਤੇ ਲਿਖਿਆ ਹੁੰਦਾ ਉਸ ਉੱਥੇ ਜਗ੍ਹਾ ਆ ਜਾਂਦੀ, ਉੱਥੇ ਸਾਨੂੰ ਗੱਡੀ ਦੇ ਵਿੱਚੋਂ ਉਤਾਰ ਦਿੱਤਾ ਜਾਂਦਾ। ਇੱਦਾਂ ਹੀ ਇੱਥੇ ਆ, ਜਦੋਂ ਆਪਾਂ ਜਿੰਨਾ ਚਿਕਰ ਨਾਮ ਜਪ ਕੇ ਆਪਾਂ ਪ੍ਰਮਾਤਮਾ ਵਾਹਿਗੁਰੂ ਦੇ ਵਿੱਚ ਅਭੇਦ ਨਹੀਂ ਹੁੰਦੇ, ਸਾਡੀ ਇਹ ਜਿਹੜੀ ਆਤਮਾ ਹੈ ਪ੍ਰਮਾਤਮਾ ਦੇ ਵਿੱਚ ਜਾ ਕੇ ਮਿਲਾਪ ਨਹੀਂ ਹੁੰਦੀ, ਉਨਾ ਚਿਕਰ ਸਾਡਾ ਸੰਸਾਰ ਦੇ ਉੱਤੇ ਆਉਣਾ ਜਾਣਾ ਬਣਿਆ ਰਹਿੰਦਾ ਹੈ ਭਾਈ। ਤਾਂ ਹੀ ਨਿਰੰਕਾਰ ਜੀ ਕਹਿੰਦੇ ਨੇ ਕਹੇ ਨਾਨਕ, ਕਹੋ ਨਾਨਕ ਜੋ ਲਾਇਆ ਨਾਮ, ਸਫਲ ਜਨਮ ਤਾਕਾ ਪਰਵਾਨ। ਸੋ ਇਸ ਕਰਕੇ ਆਪਾਂ ਜਦੋਂ ਅਭੇਦ ਹੋ ਗਏ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ, ਫਿਰ ਸਾਡਾ ਆਉਣਾ ਜਾਣਾ ਖਤਮ ਹੋ ਜੂ। ਨਹੀਂ ਤਾਂ ਜਿਹੜੇ ਆਪਾਂ ਸ਼ੁਭ ਕਰਮ ਇੱਥੇ ਕਰਦੇ ਉਹਨਾਂ ਦਾ ਫਲ ਸਾਨੂੰ ਮਿਲਦਾ ਵੀ ਤੁਸੀਂ ਥੋੜਾ ਚਿਰ ਸਮਾਂ ਸਵਰਗ ਦੇ ਵਿੱਚ ਰਹੋਗੇ, ਫਿਰ ਤੁਸੀਂ ਮੁੜ ਕੇ ਸੰਸਾਰ ਦੇ ਉੱਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਵੋਗੇ, ਕਿਸੇ ਜਨਮ ਦੇ ਵਿੱਚ ਆਵੋ। ਇਸੇ ਤਰ੍ਹਾਂ ਨਰਕਾਂ ਦਾ ਹੈ। ਤੇ ਗੁਰੂ ਨਿਰੰਕਾਰ ਜੀ ਕਹਿੰਦੇ ਨੇ ਵੀ ਜਿਨ੍ਹਾਂ ਨੇ ਇਹ ਖਤਮ ਕਰਨਾ ਕਿ ਉੱਥੇ ਕਹਿੰਦੇ ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਾ ਜੋਤ ਰਾਖੀ ਤਾਂ ਤੂੰ ਜਗ ਮੇ ਆਇਆ। ਉਹ ਨਿਰੰਕਾਰ ਸੱਚੇ ਪਾਤਸ਼ਾਹ ਵੀ ਆਪਣੀ ਜੋਤ ਟਿਕਾ ਕੇ ਫਿਰ ਸੰਸਾਰ ਦੇ ਵਿੱਚ ਜਿਹੜੇ ਰੂਪ ਦੇ ਵਿੱਚ ਉਸ ਨੂੰ ਭੇਜਣਾ ਚਾਹੁੰਦੇ ਨੇ, ਉਹ ਨਿਰੰਕਾਰ ਅਕਾਲ ਪੁਰਖ ਨੂੰ ਹੀ ਸਿਰ ਪਤਾ ਹੁੰਦਾ ਹੈ। ਪਰ ਕਹਿੰਦੇ ਕਹੋ ਨਾਨਕ ਜੋ ਲਾਇਆ ਨਾਮ, ਜਿਨ੍ਹਾਂ ਨੇ ਆਪਣੇ ਮਨ ਚਿੱਤ ਨੂੰ ਨਾਮ ਦੇ ਨਾਲ ਜੋੜ ਲਿਆ, ਇਸ ਆਤਮਾ ਨੂੰ ਇਸ ਸਰੀਰ ਨੂੰ ਸਤਿਗੁਰ ਦੀ ਸੇਵਾ ਦੇ ਵਿੱਚ ਲਾ ਦਿੱਤਾ, ਆਤਮਾ ਨੂੰ ਨਾਮ ਜਪਣ ਦੇ ਵਿੱਚ ਲਾ ਦਿੱਤਾ, ਮਨ ਨੂੰ ਨਾਮ ਦੇ ਵਿੱਚ ਰੰਗ ਲਿਆ, ਸਫਲ ਜਨਮ ਤਾਂ ਕਾ ਪ੍ਰਵਾਨ। ਉਹਨਾਂ ਦਾ ਇੱਥੇ ਆਇਆ ਹੋਇਆ ਪ੍ਰਵਾਨ ਹੁੰਦਾ ਹੈ, ਉਹਨਾਂ ਦਾ ਹੀ ਇੱਥੇ ਆਇਆ ਸੋਭਨੀਕ ਹੁੰਦਾ ਹੈ, ਉਹਨਾਂ ਨੂੰ ਵਡਿਆਈਆਂ ਮਿਲਦੀਆਂ ਨੇ ਅਤੇ ਅੰਤ ਦੇ ਉੱਤੇ ਉਹ ਨਿਰੰਕਾਰ ਦੇ ਵਿੱਚ ਅਭੇਦ ਹੋ ਜਾਂਦੇ ਹਨ। ਆਸਾ ਮਹਿਲਾ ਪੰਜਵਾਂ, ਸੋਏ ਰਹੀ ਪ੍ਰਭ ਖਬਰ ਨ ਜਾਨੀ,
ਪੋਰ ਪਿਆ ਬਹੁਰ ਪਛਤਾਨੀ। ਕਹਿੰਦੇ ਜੋ ਜੀਵ ਇਸਤਰੀ, ਹੁਣ ਮਾਲਕ ਸੱਚੇ ਪਾਤਸ਼ਾਹ ਜੀ ਇੱਥੇ ਜਿਹੜੀ ਹੈ ਜਾਨੀ ਤੇ ਪੁਸ਼ਤਾਨੀ, ਜਾਣੀ ਕਿ ਇਹ ਔਰਤ ਦੇ ਰੂਪ ਦੇ ਵਿੱਚ ਨਿਰੰਕਾਰ ਜੀ ਆਪਾਂ ਨੂੰ ਗਿਆਨ ਦਿੰਦੇ ਨੇ, ਇਸਤਰੀ ਰੂਪ ਦੇ ਵਿੱਚ। ਕਹਿੰਦੇ ਸੋਏ ਰਹੇ ਪ੍ਰਭ ਖਬਰ ਨਾ ਜਾਣੀ, ਜਿਹੜੀ ਇਸਤਰੀ ਅਗਿਆਨਤਾ ਦੇ ਵਿੱਚ, ਅਵਿਦਿਆ ਦੇ ਰੂਪ ਦੇ ਵਿੱਚ, ਮਾਇਆ ਦੇ ਬੰਧਨਾਂ ਦੇ ਵਿੱਚ ਫਸ ਕੇ ਉਹ ਪ੍ਰਭੂ ਵਾਹਿਗੁਰੂ ਦੀ ਉਹਨੂੰ ਜਿਹਨੂੰ ਖਬਰ ਹੀ ਨਹੀਂ, ਉਹ ਸੁੱਤੀ ਰਹੀ ਤੇ ਪ੍ਰਮਾਤਮਾ ਬਾਰੇ ਉਹਨੂੰ ਗਿਆਨ ਹੀ ਕੋਈ ਨਾ ਹੋਇਆ। ਭੋਰ ਭਇਆ ਬਹੁਰ ਪਛਤਾਨੀ। ਕਹਿੰਦੇ ਜਿਸ ਦਿਨ ਫਿਰ ਕਾਲ ਰੂਪੀ ਮੌਤ ਦਾ ਦਿਨ ਜਿੱਦਣ ਆ ਗਿਆ, ਉਹ ਫਿਰ ਬਹੁਤ ਪਛਤਾਉਂਦੀ ਹੈ। ਪ੍ਰਿਆ ਪ੍ਰੇਮ ਸਹਿਜ ਮਨ ਆਨੰਦ ਤਰੂਰੀ, ਪ੍ਰਭ ਮਿਲਵੇ ਕੀ ਲਾਲਸਾ, ਤਾਂ ਤੇ ਆਲਸ ਕਹਾਂ ਕਰੂੰ ਰੀ। ਜਿਹੜਾ ਕਹਿੰਦੇ ਨੇ ਹੇ ਸਖੀ ਵੇ ਦੂਜੋ, ਇੱਕ ਦੂਜੇ ਨਾਲ ਹੁਣ ਗੱਲਾਂ ਹੋ ਰਹੀਆਂ ਨਾ, ਕਹਿੰਦੇ ਪਿਆਰੇ ਪ੍ਰੈ ਹੁੰਦਾ ਪਿਆਰੇ, ਪ੍ਰੇਮ ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜਿਹੜਾ ਪ੍ਰੇਮ ਅਸੀਂ ਧਾਰਨ ਕਰਦੇ ਹਾਂ। ਕਹਿੰਦੇ ਵੀ ਉਸ ਪਤੀ ਪ੍ਰਮਾਤਮਾ ਨੂੰ ਮਿਲਣ ਵਾਸਤੇ ਆਪਣੇ ਅੰਦਰ ਪ੍ਰੇਮ ਦਾ ਚਿਰਾਗ ਜਗਾ, ਪ੍ਰੇਮ ਨੂੰ ਧਾਰ ਤੇ ਮਨ ਦੇ ਵਿੱਚ ਆਨੰਦ ਨੂੰ ਧਾਰਨਾ ਕਰ। ਇਹ ਵਿਸ਼ੇ ਵਿਕਾਰਾਂ ਤੋਂ ਤੂੰ ਆਪਣਾ ਖਹਿੜਾ ਛਡਾ, ਆਪਣੇ ਆਪ ਨੂੰ ਨਾ ਬੰਧਨਾਂ ਤੋਂ ਨਿਰਲੇਪ ਕਰ ਲਾ। ਪ੍ਰਭ ਮਿਲਵੇ ਕੀ ਲਾਲਸਾ, ਤਾਂ ਤੇ ਆਲਸ ਕਹਾਂ ਕਰੋ ਰੀ। ਤੈਨੂੰ ਤਾਂ ਇਸ ਜੀਵਨ ਕਾਲ ਮਿਲਿਆ, ਇਹ ਸਮਾਂ ਮਿਲਿਆ, ਇਹ ਦੇਹ ਮਿਲੀ ਉਸ ਪਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਮਿਲਣ ਲਈ, ਉਹ ਜਨਮ ਮਰਨ ਨੂੰ ਖਤਮ ਕਰਨ ਲਈ। ਕਹਿੰਦੇ ਇਸ ਕਰਕੇ ਇਹੀ ਇੱਛਾ ਰੱਖ ਕੇ ਪਰਮਾਤਮਾ ਦੀ ਬੰਦਗੀ ਕਰ, ਸੇਵਾ ਕਰ। ਕਹਿੰਦੇ ਵੀ ਆਪ ਵਿਸ਼ੇ ਵਿਕਾਰਾਂ ਨੂੰ ਛੱਡ ਦੇ, ਸੰਸਾਰਿਕ ਕਾਰਜਾਂ ਨੂੰ ਛੱਡ ਦੇ, ਨਿਰੰਕਾਰੀ ਦੇ ਕਾਰਜਕਾਰ ਜਿਹੜੇ ਉਸ ਅਕਾਲ ਪੁਰਖ ਨੂੰ ਪ੍ਰਵਾਨ ਹੁੰਦੇ ਨੇ। ਤੇ ਜਿਹੜਾ ਤੂੰ ਆਲਸਪਣਾ ਧਾਰਨ ਕੀਤਾ ਹੋਇਆ, ਜਿਹਨੂੰ ਅਸੀਂ ਲੇਜ਼ੀਪਣਾ ਕਹਿ ਦਿੰਦੇ ਆ, ਇਸ ਨੂੰ ਦੂਰ ਕਰ ਦੇ। ਰਹਾਉ ਕਰ ਮਹਿ ਅੰਮ੍ਰਿਤ ਆਣ ਨਿਸਾਰਿਓ, ਖਿਸਰ ਗਇਓ ਭੂਮ ਪਰ ਡਾਰਿਓ। ਤੇਰੇ ਤਾਂ ਅੰਦਰ ਮਾਲਕ ਨੇ ਸੋਮਾ ਬਣਾਇਆ ਹੋਇਆ ਹੈ ਅੰਮ੍ਰਿਤ ਦਾ। ਫਿਰ ਮੈਂ ਬਾਰ ਉਹ ਜਿਹੜਾ ਬਚਨ ਆਪ ਜੀ ਨਾਲ ਸਾਂਝਾ ਕਰਦਾ, ਫਿਰ ਇੱਕ ਵਾਰੀ ਫੇਰ ਕਰ ਦੇਵਾਂ ਵੀ ਇਸ ਦੇਹੀ ਮੈਂ ਪੰਜ ਚੋਰ ਵਸ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੁੱਟੇ ਮਨਮੁਖ ਨਾ ਬੂਝੈ, ਕੋ ਨਾ ਸੁਣੇ ਪੁਕਾਰਾ। ਹੁਣ ਜਿਹੜੇ ਮਨਮੁਖ ਜੀਵ ਹੁੰਦੇ ਨੇ ਉਹਨਾਂ ਨੂੰ ਇਦੂ ਚੀਜ਼ ਦਾ ਗਿਆਨ ਨਹੀਂ ਕਿ ਜਿਹੜਾ ਸਾਡੇ ਅੰਦਰ ਉਹ ਅੰਮ੍ਰਿਤ ਹੈ, ਜਿਸ ਅੰਮ੍ਰਿਤ ਨੇ ਸਾਨੂੰ ਸਦਾ ਅਮਰ ਕਰਨਾ ਹੈ, ਜਿਸ ਅੰਮ੍ਰਿਤ ਦੀ ਕਿਰਪਾ ਦੇ ਨਾਲ ਅਸੀਂ ਇਹ ਸਾਰੀ ਆਪਣੀ ਜਨਮ ਜਨਮੰਤਰਾਂ ਦੀ ਮੈਲ ਧੋਣੀ ਹੈ। ਵੀ ਉਹਨੂੰ ਤਾਂ ਭਾਈ ਵਿਸ਼ੇ ਵਿਕਾਰਾਂ ਵਾਲੇ ਜਿਹੜੇ ਸਾਨੂੰ ਇਹ ਵਿਸ਼ਿਆਂ ਦੇ ਵਿੱਚ ਫਸਾ ਕੇ ਬੈਠੇ ਨੇ, ਰਸਾਂ ਕਸਾਂ ਦੇ ਵਿੱਚ ਫਸਾ ਕੇ ਬੈਠੇ ਨੇ, ਉਹ ਉਸ ਅੰਮ੍ਰਿਤ ਨੂੰ ਉਹ ਲੁੱਟੀ ਜਾ ਰਹੇ ਨੇ। ਮੇਰੇ ਤਾਂ ਪੱਲੇ ਦਾ ਕੁਝ ਨਹੀਂ ਪੈਣ ਡਿਆ। ਕਹਿੰਦੇ ਇਸ ਕਰਕੇ ਇਹ ਜੀਵ ਨੂੰ ਗਿਆਨ ਨਹੀਂ ਹੁੰਦਾ, ਮਨਮੁਖ ਜੀਵਾਂ ਨੂੰ ਗਿਆਨ ਨਹੀਂ ਕਿ ਸਾਡੇ ਅੰਦਰ ਅੰਮ੍ਰਿਤ ਦਾ ਕੁੰਠਾ ਹੈ। ਤਾਂ ਕਹਿੰਦੇ ਖਿਸਰ ਗਇਓ ਭੂਮ ਭਰ ਡਾਰਿਓ। ਜੇ ਕਿਤੇ ਉਹਨਾਂ ਨੂੰ ਗਿਆਨ ਵੀ ਹੋ ਜਾਂਦਾ, ਪਰ ਫਿਰ ਵੀ ਉਹ ਸਤਿਗੁਰ ਦੀ ਬੰਦਗੀ ਕਰਕੇ ਅੰਮ੍ਰਿਤ ਨੂੰ ਪ੍ਰਗਟ ਨਹੀਂ ਕਰਦੇ। ਤਾਂ ਇਸ ਤਰ੍ਹਾਂ ਹੋ ਜਾਂਦਾ ਵੀ ਜਿਹਦਾ ਬੁੱਕ ਦੇ ਵਿੱਚ ਪਿਆਸ ਲੱਗੀ ਹੋਵੇ, ਪਾਣੀ ਹੋਵੇ ਬੁੱਕ ਦੇ ਵਿੱਚ ਪਾਇਆ, ਪਰ ਕਿਸੇ ਨੇ ਆਵਾਜ਼ ਮਾਰ ਲਈ ਤਾਂ ਬੁੱਕ ਖੁੱਲ ਗਿਆ ਤਾਂ ਪਾਣੀ ਸਾਰਾ ਜ਼ਮੀਨ ਤੇ ਡਿੱਗ ਗਿਆ। ਹੁਣ ਜਦੋਂ ਤੁਸੀਂ ਬੜੀ ਵਾਰੇ ਸਾਖੀ ਸੁਣੀ ਆ ਵੀ ਜਿਹੜਾ ਸਿਕੰਦਰ ਸੀਗਾ, ਉਸ ਨੇ ਬਹੁਤ ਇਸ ਸੰਸਾਰ ਦੇ ਉੱਤੇ ਜ਼ੁਲਮ ਕੀਤਾ। ਜ਼ੁਲਮ ਕਰਨ ਦੇ ਕਾਰਨ ਕਰਕੇ ਉਹ ਕਹਿੰਦਾ ਸੀ ਮੈਂ ਸਾਰੇ ਸੰਸਾਰ ਦਾ ਰਾਜਾ ਬਣਨਾ। ਤੇ ਕੀ ਹੋਇਆ, ਉਸ ਨੂੰ ਗਿਆਨ ਹੋ ਗਿਆ, ਇਹ ਅਬੇ ਹਯਾਤ ਦਾ ਪਤਾ ਲੱਗ ਗਿਆ ਵੀ ਫਲਾਨੀ ਜਗ੍ਹਾ ਦੇ ਉੱਤੇ ਅਬੇ ਹਯਾਤ ਹੈ, ਸਦਾ ਅਮਰ ਹੋਣ ਵਾਲਾ ਜਿਹੜੀ ਵਸਤੂ ਹੈ ਅੰਮ੍ਰਿਤ ਰੂਪ, ਉਹ ਉੱਥੇ ਹੈ। ਹੁਣ ਇਹ ਸਾਰਿਆਂ ਨੇ ਸਾਖੀ ਸੁਣੀ, ਉਹ ਸਿਕੰਦਰ ਉੱਥੇ ਚਲੇ ਗਿਆ। ਜਾ ਕੇ ਜਿਸ ਵੇਲੇ ਉਹਨੇ ਬੁੱਕ ਭਰਿਆ ਅੰਮ੍ਰਿਤ ਦਾ, ਇਹਦੇ ਨੂੰ ਇੱਕ ਇੱਲ ਆ ਗਈ, ਗਿਲ ਜਾ ਗਈ, ਜਿਹਦਾ ਸਰੀਰ ਬਿਲਕੁਲ ਬਹੁਤ ਜ਼ਿਆਦਾ, ਜਿਹਦੇ ਵਿੱਚੋਂ ਲਹੂ ਪਾਕ ਚੋ ਰਹੀ ਸੀ। ਉਹ ਆਣ ਕੇ ਉਹਨੂੰ ਕਹਿੰਦੀ ਪੀ 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 ਛੇਤੀ ਪੀ। ਕਹਿੰਦੀ ਵੀ ਮੈਂ ਇਹ ਪੀਤਾ ਤੇ ਮੇਰਾ ਹਾਲ ਦੇਖ ਲਾ ਕੀ ਹੋਇਆ, ਪਰ ਘੱਟੋ ਘੱਟ ਮੇਰਾ ਤਾਂ ਅਜੇ ਤੱਕ ਸਾਥੀ ਕੋਈ ਨਹੀਂ, ਤੂੰ ਛੇਤੀ ਪੀ, ਤੂੰ ਮੇਰਾ ਸਾਥੀ ਤਾਂ ਬਣ ਜਾਏਗਾ। ਉਸਨੇ ਉਹ ਬੁੱਕ ਡੋਲ ਦਿੱਤਾ ਧਰਤੀ ਦੇ ਉੱਤੇ। ਇਸੇ ਤਰ੍ਹਾਂ ਗੁਰੂ ਨਿਰੰਕਾਰ ਜੀ ਕਹਿੰਦੇ ਨੇ, ਕਹਿੰਦੇ ਦੇਖ ਭਾਈ ਗੁਰਮੁਖਾ, ਸੰਸਾਰ ਦੇ ਉੱਤੇ ਭੇਜੇ ਹੋਏ ਜੀਵ ਨੂੰ ਦੱਸਦੇ ਨੇ ਵੀ ਮੈਂ ਦੇਖ ਭਾਵੇਂ ਤੂੰ ਇੱਥੇ ਆਇਆ, ਤੈਨੂੰ ਮੈਂ ਅੰਮ੍ਰਿਤ ਬਖਸ਼ ਦਿੱਤਾ, ਪਰ ਜੇ ਤੂੰ ਉਹਨੂੰ ਅਜਾਈ ਗਵਾਰਿਆ, ਹੁਣ ਇਹਦੇ ਵਿੱਚ ਮੇਰਾ ਕੋਈ ਕਸੂਰ ਨਹੀਂ। ਮੈਂ ਤਾਂ ਤੈਨੂੰ ਅੰਮ੍ਰਿਤ ਨੂੰ ਪ੍ਰਗਟ ਕਰਦੇ ਸਾਰੇ ਹੀਲੇ ਵਸੀਲੇ ਵੀ ਦੱਸ ਦਿੱਤੇ ਨੇ
ਕਹਿੰਦੇ ਫਿਰ ਬੜਾ ਜੀਵ ਸਿਕੰਦਰ ਵੀ ਬਹੁਤ ਪਛਤਾਇਆ ਜਿਸ ਵੇਲੇ ਉਹਨੂੰ ਗਿਆਨ ਹੋਇਆ ਵੀ ਇਹ ਕੋਈ ਦੇਵਤਾ ਰੂਪ ਇੰਦਰ ਨੇ ਹੀ ਭੇਜੀ ਹੋਈ ਕੋਈ ਅਪਛਰਾ ਸੀ ਜਿਸ ਨੇ ਇਹ ਛਲ ਮੇਰੇ ਨਾਲ ਕੀਤਾ। ਸੋ ਇਸ ਕਰਕੇ ਸਾਡੇ ਨਾਲ ਇਹ ਮਾਇਆ ਛਲ ਕਰਦੀ ਆ ਕਿ ਸਾਨੂੰ ਅੰਮ੍ਰਿਤ ਪੀਣ ਨਹੀਂ ਦਿੰਦੀ ਹੈਗੀ। ਪਰ ਜਦੋਂ ਅਸੀਂ ਸੁਚੇਤ ਹੋ ਜਾਂਦੇ ਆ ਇਹ ਮਾਇਆ ਨੂੰ ਆਪਣੀ ਦਾਸੀ ਬਣਾ ਲੈਂਦੇ ਆ। ਭਾਈ ਨਿਰੰਕਾਰ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਦਿੰਦੇ ਨੇ, ਸਾਨੂੰ ਉਹ ਅੰਮ੍ਰਿਤ ਪ੍ਰਾਪਤ ਹੋ ਜਾਂਦਾ। ਪਰ ਜਿੰਨਾ ਚਿਰ ਇਹਦਾ ਗਿਆਨ ਨਹੀਂ ਹੁੰਦਾ, ਨਿਰੰਕਾਰ ਦੇ ਚਰਨਾਂ 'ਚ ਨਹੀਂ ਆਉਂਦੇ, ਉਹਨਾਂ ਚਿਰ ਭਾਈ ਇਹ ਸਮਝ ਲਓ ਵੀ ਹੱਥੋਂ ਡੁੱਲਿਆ ਹੀ ਜਾਂਦਾ ਹੈ। ਸਾਧ ਮੋਹਿ ਲਾਦੀ ਹੰਕਾਰੇ, ਦੋਸ ਨਹੀਂ ਪ੍ਰਭ ਕਰਨਾ ਹਾਰੇ। ਹੁਣ ਕਿੱਦਾਂ ਸਾਡੇ ਹੱਥਾਂ ਦੇ ਵਿੱਚ ਡੁੱਲ ਜਾਂਦਾ? ਵਾਹਿਗੁਰੂ ਜੀ ਕਹਿੰਦੇ ਨੇ ਵੀ ਤੁਹਾਡੀ ਮੱਤ ਤਾਂ ਜਿਹੜੀ ਉਹਦੇ ਉੱਤੇ ਪੜਦੇ ਪਏ ਹੋਏ ਨੇ। ਕਹਿੰਦੇ ਸਵਾਦ, ਸਾਧ ਕਹਿੰਦੇ ਨੇ ਸਵਾਦ ਨੂੰ, ਮੋਹ ਜਿਹੜਾ ਕਿ ਹਉਮੈ ਹੈ, ਹੰਕਾਰ ਦੇ ਵਿੱਚ ਤੂੰ ਜੀ ਰਿਹਾ ਭਾਈ, ਇੱਥੇ ਦੋਸ਼ ਨਹੀਂ ਪ੍ਰਭ ਕਰਨ ਹਾਰੇ। ਹੁਣ ਕਹਿੰਦੇ ਪ੍ਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ ਤੇ ਨਾ ਹੀ ਤੂੰ ਦੋਸ਼ ਦੇ ਸਕਦਾ। ਮਾਲਕ ਨੇ ਦੋਨੋਂ ਪਾਸੇ ਬਣਾਏ ਨੇ ਪੁੰਨ ਪਾਪ ਵਾਲੇ। ਜੇ ਹੁਣ ਤੂੰ ਪਾਪਾਂ ਵਾਲੇ ਪਾਸੇ ਰਹਿਣਾ ਫਿਰ ਤੂੰ ਵਾਹਿਗੁਰੂ ਨੂੰ ਕਿੱਦਾਂ ਦੋਸ਼ ਦੇਏਗਾ? ਸੋ ਇਸ ਕਾਰਨ ਕਰਕੇ ਨਿਰੰਕਾਰ ਜੀ ਨੇ ਤੁਹਾਨੂੰ ਦੱਸ ਦਿੱਤਾ ਤੁਹਾਡੇ ਅੰਦਰ ਅੰਮ੍ਰਿਤ ਹੈ ਤੇ ਇਹ ਜਿਹੜੇ ਤੂੰ ਤੇ ਜਿਹੜਾ ਅੰਮ੍ਰਿਤ ਤੂੰ ਛਕ ਨਹੀਂ ਰਿਹਾ ਹੈਗਾ ਜਾਂ ਅਜੇ ਤੱਕ ਤੇਰੀ ਪਹੁੰਚ ਨਹੀਂ ਉੱਥੇ ਤੱਕ ਹੋਈ, ਬੇਅਰਥ ਜਾ ਰਿਹਾ ਜਿਹੜਾ ਕਿ ਇਹ ਲੁੱਟੀ ਜਾਂਦੇ ਨੇ ਦੈਂਤ ਅੰਦਰ, ਤੂੰ ਤਾਂ ਇਸ ਕਰਕੇ ਇਹ ਵਿਸ਼ਵ ਵਿਕਾਰਾਂ ਦੇ ਵਿੱਚ ਫਸਿਆ ਹੋਇਆ ਹੈ। ਪ੍ਰਭੂ ਨੂੰ ਦੋਸ਼ ਨਹੀਂ ਹੋ ਸਕਦਾ ਇਹਦਾ। ਸਾਧ ਸੰਗ ਮਿਟੇ ਪਰਮ ਅੰਧਾਰੇ, ਨਾਨਕ ਮੇਲੀ ਸਿਰਜਣਹਾਰੇ। ਤੂੰ ਸਾਧ ਸੰਗਤ ਦੇ ਵਿੱਚ ਆ ਜਾ, ਉੱਥੇ ਆਣ ਕੇ ਤੇਰੇ ਸਾਰੇ ਭਰਮ ਜਿਹੜੇ ਨੇ ਜਿਹੜੇ ਉਹ ਸਾਰੇ ਦੂਰ ਹੋ ਜਾਣਗੇ। ਤੈਨੂੰ ਨਿਰੰਕਾਰ ਦਾ ਗਿਆਨ ਪ੍ਰਾਪਤ ਹੋ ਜਾਏਗਾ, ਉੱਥੋਂ ਨਿਰੰਕਾਰ ਦਾ ਨਾਮ ਪ੍ਰਾਪਤ ਹੋ ਜਾਏਗਾ। ਨਿਰੰਕਾਰ ਦੀ ਸੇਵਾ ਕਰਨ ਦਾ ਢੰਗ ਤੇ ਮੁਕਤੀ ਦੇ ਦਰ ਵੱਲ ਨੂੰ ਤੁਰਨ ਵਾਸਤੇ ਸੱਚੇ ਮਾਰਗ ਦਾ ਤੈਨੂੰ ਗਿਆਨ ਹੋ ਜਾਵੇਗਾ। ਤਾਂ ਫਿਰ ਕੀ ਹੋਏਗਾ? ਜਦੋਂ ਤੂੰ ਇਹ ਗਿਆਨ ਪਾ ਲਿਆ, ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਗਿਆ, ਵਾਹਿਗੁਰੂ ਤੈਨੂੰ ਆਪਣੇ ਵਿੱਚ ਮਿਲਾ ਲੈਣਗੇ। ਆਸਾ ਮਹਿਲਾ ਪੰਜਵਾਂ, ਚਰਨ ਕਮਲ ਕੀ ਆਸ ਪਿਆਰੇ, ਜਮ ਕੰਕਰ ਨਸ ਗਏ ਵਿਚਾਰੇ। ਜਿਹੜੇ ਪ੍ਰਮਾਤਮਾ ਵਾਹਿਗੁਰੂ ਦੇ ਪਿਆਰੇ ਨੇ, ਜਿਨ੍ਹਾਂ ਨੂੰ ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਦੇ ਚਰਨ ਕਮਲਾਂ ਦੀ, ਜਿਨ੍ਹਾਂ ਨੂੰ ਮਿਲਾਪ ਦੀ, ਸਤਿਗੁਰ ਦੇ ਮਿਲਾਪ ਦੀ ਹਰ ਵੇਲੇ ਅੰਦਰ ਤੜਫ ਲੱਗੀ ਰਹਿੰਦੀ ਹੈ, ਪਿਆਸ ਲੱਗੀ ਰਹਿੰਦੀ ਹੈ, ਉਹ ਜਮ ਕੰਕਰ ਨਸ ਗਏ ਵਿਚਾਰੇ। ਇਹ ਜਿਹੜੇ ਜਮ ਨੇ, ਜਿਹੜੇ ਜਮਦੂਤ ਨੇ, ਦੁੱਖ ਰੋਗ ਦੀ ਤਾਂ ਗੱਲ ਹੀ ਛੱਡ ਦਿਓ, ਜਿਹੜੇ ਵੱਡੇ ਜਮ ਨੇ ਉਹ ਵੀ ਉਸ ਗੁਰਮੁਖ ਨੂੰ ਦੇਖ ਕੇ ਉਸ ਨੂੰ ਛੱਡ ਕੇ ਦੌੜ ਗਏ। ਤੂੰ ਚਿਤ ਆਵੈ ਤੇਰੀ ਮਾਇਆ, ਸਿਮਰਤ ਨਾਮ ਸਗਲ ਰੋਗ ਖਇਆ। ਵਾਹਿਗੁਰੂ ਜੀ ਜਦੋਂ ਤੁਸੀਂ ਸਾਨੂੰ ਸਾਡੇ ਹਿਰਦੇ ਦੇ ਵਿੱਚ ਸਾਨੂੰ ਚਿੱਤ ਆਉਂਦੇ, ਸਾਨੂੰ ਯਾਦ ਆਉਂਦੇ ਹੋ, ਜਿਸ ਵੇਲੇ ਤੁਹਾਡਾ ਨਾਮ ਜਿਹੜਾ ਹੈ ਅਸੀਂ ਉਹ ਨਾਮ ਦੀ ਆਰਾਧਨਾ ਕਰਦੇ ਹਾਂ, ਸਿਮਰਤ ਨਾਮ, ਜਦੋਂ ਉਸ ਨਾਮ ਨੂੰ ਵੀ ਅਸੀਂ ਜਪਦੇ ਹਾਂ, ਕਹਿੰਦੇ ਸਗਲ ਰੋਗ ਹੈ, ਸਾਰੇ ਰੋਗ ਜਿਹੜੇ ਉਹ ਵੀ ਨਾਸ਼ ਹੋ ਜਾਂਦੇ ਹਨ। ਰਹਾਉ ਅਨੇਕ ਦੁਖ ਦੇਵੇ ਅਵਰਾ ਕੋ, ਪਹੁੰਚ ਨਾ ਸਕੇ ਜਨ ਤੇਰੇ ਕੋ। ਜਿਹੜੇ ਜਮਦੂਤ ਨੇ ਹੋਰਨਾਂ ਨੂੰ ਬੜੇ ਦੁੱਖ ਦੇਣ ਡਏ ਨੇ, ਭਿਆਨਕ ਜਨਮ ਮਰਨ ਦਾ ਵੀ ਵੱਡਾ ਹੀ ਦੁੱਖ ਹੈ, ਅਨੇਕ ਪ੍ਰਕਾਰਾਂ ਦੇ ਦੁੱਖ ਦਿੰਦੇ ਨੇ, ਪਰ ਤੇਰੇ ਸੇਵਕ ਤੱਕ, ਤੇਰੇ ਪਿਆਰੇ ਤੱਕ, ਨਿਰੰਕਾਰ ਤੇਰੇ ਜਨ ਦੇ ਤੱਕ, ਤੇਰੇ ਦਾਸ ਤੱਕ ਉਹ ਨਹੀਂ ਪਹੁੰਚ ਸਕਦੇ। ਦਰਸ ਤੇਰੇ ਕੀ ਪਿਆਸ ਮਨ ਲਾਗੀ, ਸਹਿਜ ਆਨੰਦ ਵਸੈ ਬੈਰਾਗੀ। ਇਹ ਵਾਹਿਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਜੀ, ਤੇਰੇ ਦਰਸ਼ਨਾਂ ਦੀ ਪਿਆਸ ਬਹੁਤ ਲੱਗੀ ਹੋਈ ਹੈ। ਜੀਵ ਨਿਰੰਕਾਰ ਦੇ ਚਰਨਾਂ 'ਚ ਅਰਦਾਸ ਕਰਦਾ। ਭਾਈ ਇਹ ਸਾਡੀ ਅਰਦਾਸ ਹੈ, ਆਪਣੀ ਸਾਰਿਆਂ ਦੀ ਅਰਦਾਸ ਨੂੰ ਬੇਨਤੀ ਕੀਤੀ ਸੀ। ਅਰਦਾਸ ਬੇਨਤੀ ਦੀ ਸਾਰੀ ਬਾਣੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਾਂ ਨੂੰ ਬਖਸ਼ਿਸ਼ ਕਰ ਰਹੇ ਨੇ। ਕਹਿੰਦੇ ਹੈ ਵਾਹਿਗੁਰੂ ਤੇਰੇ ਮੇਰੇ ਮਨ ਦੇ ਵਿੱਚ ਬਹੁਤ ਪਿਆਸ ਲੱਗੀ ਤੇਰੇ ਦਰਸ਼ਨਾਂ ਦੀ, ਸਹਿਜ ਆਨੰਦ ਵਸੇ ਵੈਰਾਗੀ। ਮੈਂ ਸੰਸਾਰ ਤੋਂ ਵਿਰਾਗ ਲੈ ਕੇ, ਸੰਸਾਰ ਦੇ ਬੰਧਨਾਂ ਨੂੰ ਛੱਡ ਕੇ ਨਿਰੰਕਾਰ ਜੀ ਤੇਰੇ ਨਾਮ ਦੀ ਕਿਰਪਾ ਦੇ ਨਾਲ ਆਨੰਦ ਵਿੱਚ ਵਸ ਰਿਹਾ ਹਾਂ। ਨਾਨਕ ਕੀ ਅਰਦਾਸ ਸੁਣੀ ਜੈ, ਕੇਵਲ ਨਾਮ ਹਿਰਦੈ ਮਹਿ ਦੀਜੈ। ਇਹ ਵਾਹਿਗੁਰੂ ਨਿਰੰਕਾਰ ਹੱਥ ਜੋੜ ਕੇ ਆਖੋ, ਨਾਨਕ ਕੀ ਅਰਦਾਸ ਸੁਣੀ ਜੈ। ਜਿੱਥੇ ਆਪਣੀ ਵੀ ਅਰਦਾਸ ਗੁਰੂ ਜੀ ਸੁਣ ਲੈਣ। ਵਾਹਿਗੁਰੂ ਸਾਡੀ ਇਹ ਅਰਦਾਸ ਸੁਣੋ, ਕੇਵਲ ਨਾਮ ਹਿਰਦੈ ਮਹਿ ਦੀਜੈ। ਸਤਿਗੁਰ ਜੀ ਹੋਰ ਕੋਈ ਨਹੀਂ ਚਾਹੀਦਾ, ਬਾਕੀ ਸਭ ਕੁਝ ਕੀ ਸਾਹਿਬ ਨੇ ਬਹੁਤ ਕੁਝ ਨਹੀਂ, ਸਭ ਕੁਝ ਹੀ ਮੈਨੂੰ ਦਿੱਤਾ ਹੋਇਆ ਹੈ।
ਪਰਿਵਾਰ ਵੀ ਦਿੱਤਾ, ਸੰਸਾਰ ਵੀ ਦਿੱਤਾ, ਸੋਹਣਾ ਸਰੂਪ ਵੀ ਦਿੱਤਾ। ਇਸ ਸਰੂਪ ਨੂੰ ਪਾਲਣ ਵਾਸਤੇ, ਖਾਣ ਪੀਣ ਵਾਸਤੇ ਵਸਤਰ ਤੱਕ ਵੀ ਆਪ ਜੀ ਨੇ ਦਿੱਤੇ, ਚੱਲਣ ਫਿਰਨ ਵਾਸਤੇ ਵੀ ਸਭ ਕੁਝ ਦਿੱਤਾ। ਮੇਰੇ ਮਾਲਕ ਮੇਰੇ ਤੇ ਕਿਰਪਾ ਕਰੋ, ਕੇਵਲ ਨਾਮ ਹਿਰਦੇ ਮੈਂ ਦੀਜੇ। ਮੇਰੇ ਹਿਰਦੇ ਦੇ ਵਿੱਚ ਉਸ ਨਾਮ ਨੂੰ, ਜਿਸ ਨੂੰ ਮੈਂ ਸਦਾ ਜਪਦਾ ਰਹਾਂ, ਵਸਾ ਦੇਵੋ ਜੀ। ਆਸਾ ਮਹਿਲਾ ਪੰਜਵਾਂ। ਮਨ ਤ੍ਰਿਪਤਾਨੋ ਮਿਟੇ ਜੰਜਾਲ, ਪ੍ਰਭ ਆਪਣਾ ਹੋਇਆ ਕਿਰਪਾਲ। ਨਾਮ ਜਪਦਿਆਂ ਨੂੰ ਜਦੋਂ ਮਨ ਤ੍ਰਿਪਤ ਹੋ ਜਾਂਦਾ, ਮਨ ਟਿਕਾ ਦੇ ਵਿੱਚ ਆ ਜਾਂਦਾ, ਮਨ ਸ਼ਬਦ ਨੂੰ ਪਕੜ ਲੈਂਦਾ ਹੈ, ਇਹਦੀ ਦੌੜ ਭੱਜ ਖਤਮ ਹੋ ਜਾਂਦੀ ਨੇ। ਉਸ ਵੇਲੇ ਗੁਰੂ ਜੀ ਕਹਿੰਦੇ ਨੇ ਵੀ ਜਿਸ ਵੇਲੇ ਮਨ ਟਿਕਾ ਦੇ ਵਿੱਚ ਆ ਗਿਆ, ਤ੍ਰਿਪਤ ਹੋ ਗਿਆ, ਸੰਸਾਰੀ ਪਦਾਰਥਾਂ ਦੀ ਲਾਲਸਾ ਨਹੀਂ ਰਹੀ, ਉਸ ਵੇਲੇ ਸਾਰੇ ਜੰਜਾਲ ਹੀ ਖਤਮ ਹੋ ਜਾਂਦੇ ਨੇ। ਪ੍ਰਭ ਆਪਣਾ ਹੋਆ ਕਿਰਪਾਲ, ਪ੍ਰਭੂ ਨਿਰੰਕਾਰ ਨੇ ਮੇਰੇ ਉੱਤੇ ਬਹੁਤ ਵੱਡੀ ਇਹ ਦਇਆ ਤੇ ਰਹਿਮਤ ਕੀਤੀ। ਸੰਤ ਪ੍ਰਸਾਦ ਭਲੀ ਬਣੀ, ਜਾਂ ਕੈ ਗ੍ਰਹਿ ਸਭ ਕਿਛ ਹੈ ਪੂਰਨ, ਸੋ ਭੇਟਿਆ ਨਿਰਭੈ ਤਨੀ। ਇਹ ਸੰਤ ਮਹਾਂਪੁਰਸ਼ਾਂ ਦੀ ਕਿਰਪਾ ਦੇ ਨਾਲ, ਸਤਿਗੁਰ ਦੇ ਬਖਸ਼ਾਂ ਦੀ, ਭਗਤ ਜਨਾਂ ਦੀ, ਸਾਧੂ ਜਨਾਂ ਦੀ ਕਿਰਪਾ ਦੇ ਨਾਲ ਮੈਨੂੰ ਇੱਕ ਚੰਗੀ ਗੱਲ, ਚੰਗਾ ਗਿਆਨ ਉਹਨਾਂ ਦੇ ਕੋਲ ਮੈਨੂੰ ਹਾਸਲ ਹੋ ਗਿਆ। ਜਾਂ ਕਿ ਗ੍ਰਹਿ ਸਭ ਕੁਛ ਹੈ ਪੂਰਨ, ਜਿਨ੍ਹਾਂ ਦੇ ਘਰ ਦੇ ਵਿੱਚ ਸਭ ਕੁਛ ਪੂਰਾ ਹੀ ਹੈ, ਪੂਰਾ ਹੀ, ਅਧੂਰਾ ਕੁਛ ਨਹੀਂ। ਸੋ ਭੇਟਿਆ ਨਿਰਭੈ ਤਨੀ, ਉਹ ਅਕਾਲ ਪੁਰਖ ਨਿਰਭੈ, ਜਿਹੜਾ ਕਿਸੇ ਡਰ ਰਹਿਤ ਨਹੀਂ ਹੈ। ਧਨੀ ਪ੍ਰਮਾਤਮਾ ਵਾਹਿਗੁਰੂ ਉੱਚਾ ਸੁੱਚਾ, ਜੋ ਸਾਰਿਆਂ ਵਸਤੂਆਂ ਦਾ ਮਾਲਕ ਹੈ, ਇਹਦੇ ਵਰਗਾ ਧੰਨਵਾਦ ਕੋਈ ਨਹੀਂ। ਪਾਤਸ਼ਾਹਾਂ ਦਾ ਪਾਤਸ਼ਾਹ, ਬਾਦਸ਼ਾਹਾਂ ਦਾ ਬਾਦਸ਼ਾਹ, ਰਾਜਨ ਕਾ ਰਾਜਾ ਜਿਹੜਾ ਹੈ ਉਹ ਮੈਨੂੰ ਮਿਲ ਗਿਆ। ਰਹਾਓ ਨਾਮ ਦਿਰੜਾਇਆ ਸਾਧ ਕਿਰਪਾਲ, ਮਿਟ ਗਈ ਭੂਖ ਮਹਾ ਵਿਕਰਾਲ। ਕਿਰਪਾਲੂ ਸੰਤ ਮਹਾਂਪੁਰਸ਼ਾਂ ਦੀ ਕਿਰਪਾ ਦੇ ਨਾਲ ਜਦੋਂ ਮੈਂ ਉਹਨਾਂ ਦੀ ਸੰਗਤ ਦੇ ਵਿੱਚ ਬੈਠ ਕੇ ਨਾਮ ਦਿਰੜਾਇਆ, ਨਾਮ ਜਪਿਆ, ਨਾਮ ਨੂੰ ਹਿਰਦੇ ਦੇ ਵਿੱਚ ਟਿਕਾਇਆ, ਮਿਟ ਗਈ ਭੂਖ, ਸਾਰੀਆਂ ਪਦਾਰਥਾਂ ਦੀ ਭੁੱਖ ਜਿਹੜੀ ਬੜੀ ਭਿਆਨਕ ਲੱਗੀ ਹੋਈ ਸੀ, ਉਹ ਖਤਮ ਹੋ ਗਈ। ਨਿਰੰਕਾਰ ਦੀ ਕਿਰਪਾ ਦੇ ਨਾਲ ਉਹ ਮਿਟ ਗਈ। ਠਾਕੁਰ ਆਪਣੇ ਕੀਨੀ ਦਾਤ, ਜਲਨ 부ਜੀ ਮਨ ਹੋਈ ਸ਼ਾਂਤ। ਮੇਰੇ ਸੁਆਮੀ ਨੇ ਮੇਰੇ ਉੱਤੇ ਬਹੁਤ ਵੱਡੀ ਕਿਰਪਾ ਕੀਤੀ, ਵੱਡੀ ਦਾਤ ਮੈਨੂੰ ਬਖਸ਼ਿਸ਼ ਕਰ ਦਿੱਤੀ ਨਾਮ ਦੀ। ਮੇਰੀ ਜਲਨ ਬੁਝ ਗਈ, ਵਿਸ਼ੇ ਵਿਕਾਰਾਂ ਦੀ ਜਿਹੜੀ ਸੜਨ ਲੱਗੀ ਹੋਈ ਸੀ, ਤ੍ਰਿਸ਼ਨਾ ਦੀ ਅੱਗ ਜਿਹੜੀ ਅੰਦਰ ਮੱਚ ਰਹੀ ਸੀ, ਉਹ ਬੁਝ ਗਈ ਤੇ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਗਈ, ਮਨ ਸ਼ਾਂਤ ਹੋ ਗਿਆ। ਮਿਟ ਗਈ ਭਾਲ ਮਨ ਸਹਿਜ ਸਮਾਨਾ, ਨਾਨਕ ਪਾਇਆ ਨਾਮ ਖਜ਼ਾਨਾ। ਗੁਰੂ ਨਿਰੰਕਾਰ ਜੀ ਕਹਿੰਦੇ ਮਿਟ ਗਈ ਭਾਲ। ਉਹ ਹੁਣ ਭਾਲ ਕਹਿੰਦੇ ਨੇ ਖੋਜਣਾ। ਜਿਹੜੀ ਚੀਜ਼ ਨੂੰ ਅਸੀਂ ਟੋਲ ਰਹੇ ਸਾਂ, ਉਹ ਹੁਣ ਟੋਲਣ ਵਾਲੀ ਜਿਹੜੀ ਨੱਠ ਦੌੜ ਸੀ ਉਹ ਖਤਮ ਹੋ ਗਈ, ਕਿਉਂਕਿ ਨਿਰੰਕਾਰ ਸੱਚੇ ਪਾਤਸ਼ਾਹ ਨੇ ਸਾਨੂੰ ਅਡੋਲਤਾ ਦੇ ਵਿੱਚ ਸਹਿਜ ਪਦ, ਸ਼ਾਂਤੀ ਵਾਲਾ ਪਦ ਤੇ ਮਨ ਨੂੰ ਟਿਕਾ ਦੇ ਵਿੱਚ ਲਿਆਉਣ ਵਾਲਾ ਨਾਮ, ਉਹ ਖਜ਼ਾਨਾ ਮੈਨੂੰ ਦੇ ਦਿੱਤਾ। ਨਾਨਕ ਪਾਇਆ ਨਾਮ ਖਜ਼ਾਨਾ, ਉਹ ਨਾਮ ਦਾ ਖਜ਼ਾਨਾ ਨਿਰੰਕਾਰ ਵਾਹਿਗੁਰੂ ਨੇ ਮੇਰੇ ਨੂੰ ਦੇ ਦਿੱਤਾ। ਮੇਰੀ ਸਾਰੀ ਨੱਠ ਭੱਜ ਖਤਮ ਹੋ ਗਈ। ਮੇਰਾ ਮਨ ਹੁਣ ਉਹ ਅਡੋਲਤਾ ਦੇ ਵਿੱਚ ਆ ਗਿਆ, ਟਿਕਾ ਦੇ ਵਿੱਚ ਆ ਗਿਆ। ਆਸਾ ਮਹਿਲਾ ਪੰਜਵਾਂ। ਠਾਕੁਰ ਸਿਉ ਜਾ ਕੀ ਬਨਿਆਈ, ਭੋਜਨ ਪੂਰਨ ਰਹੇ ਅਗਾਈ। ਜਿਨ੍ਹਾਂ ਸੰਸਾਰੀ ਜੀਵਾਂ ਦੀ ਉਹ ਪ੍ਰੀਤਮ ਵਾਹਿਗੁਰੂ ਦੇ ਨਾਲ ਪ੍ਰੀਤੀ ਬਣ ਗਈ, ਪ੍ਰੇਮ ਪੈ ਗਿਆ। ਭੋਜਨ ਪੂਰਨ ਰਹੇ ਅਗਾਈ, ਉਹ ਪੂਰਨ ਉਹਨਾਂ ਨੂੰ ਗਿਆਨ ਰੂਪੀ ਭੋਜਨ, ਨਾਮ ਰੂਪੀ ਭੋਜਨ ਵਾਹਿਗੁਰੂ ਨਿਰੰਕਾਰ ਜੀ ਬਖਸ਼ ਦਿੰਦੇ ਹਨ ਤੇ ਉਹ ਜੀਵ ਉਹਦੇ ਵਿੱਚ ਤ੍ਰਿਪਤ ਹੋ ਜਾਂਦੇ ਨੇ। ਹੋਰ ਪਦਾਰਥਾਂ ਦੀ ਭੁੱਖ ਖਤਮ ਹੋ ਜਾਂਦੀ ਹੈ। ਕਛੁ ਨ ਥੋਰਾ ਹਰ ਭਗਤਨ ਕਉ, ਖਾਤ ਖਰਚਤ ਬਿਲਸ਼ਤ ਦੇਵਨ ਕੋ। ਵਾਹਿਗੁਰੂ ਨਿਰੰਕਾਰ ਦੇ ਜਿਹੜੇ ਵੀ ਉਹ ਭਗਤ ਹੁੰਦੇ ਨੇ, ਉਹਨਾਂ ਨੂੰ ਕਿਸੇ ਪਦਾਰਥ ਦੀ ਲੋੜ ਨਹੀਂ ਰਹਿੰਦੀ, ਕਿਉਂਕਿ ਸਤਿਗੁਰ ਹਰ ਸਰ ਪਦਾਰਥ ਦਾ ਉਸ ਨੂੰ ਮਾਲਕ ਬਣਾ ਦਿੰਦੇ ਨੇ, ਬਹੁਤ ਤੋਂ ਬਹੁਤ ਪਦਾਰਥ ਦੇ ਦਿੰਦੇ ਨੇ। ਖਾਤ ਖਰਸ਼ਤ ਬਿਲਸ਼ਤ ਦੇਵਨ ਕੋ, ਆਪ ਖਾਂਦੇ ਨੇ, ਸੰਬੰਧੀਆਂ ਨੂੰ ਵੀ। ਜਾਣੀ ਕਿ ਹੁਣ ਜਿਹੜਾ ਨਾਮ ਦਾ ਖਜ਼ਾਨਾ ਹੈ, ਆਪ ਜਪਦੇ ਨੇ ਤੇ ਉਹ ਸੰਸਾਰ ਨੂੰ ਵੀ ਵੰਡਦੇ ਨੇ, ਸੰਬੰਧੀਆਂ ਨੂੰ, ਸਾਖ ਸੰਬੰਧੀਆਂ ਨੂੰ। ਭਾਵੇਂ ਜਿਹੜਾ ਕੋਈ ਨਾਮ ਜਪਣ ਵਾਲਾ ਹੋਵੇ, ਉਹਦੇ ਕੋਲੋਂ ਕੁਝ ਐਸੇ ਨੇ ਜਿਹੜੇ ਕਿ ਉਹਦਾ ਲਾਹਾ ਨਹੀਂ ਲੈ ਸਕਦੇ। ਨਾ ਤਾਂ ਪਰਿਵਾਰ ਵਾਲੇ ਉਸ ਜੀਵ ਦਾ ਲਾਹਾ ਲੈਂਦੇ ਨੇ ਭਾਈ, ਤੇ ਨਾ ਹੀ ਉਹਦੇ ਸਾਖ ਸੰਬੰਧੀ ਉਹਦੇ ਕੋਲੋਂ ਲੈਂਦੇ ਨੇ, ਨਾ ਹੀ ਜਿਹੜੇ ਉਸ ਨਗਰ ਨਿਵਾਸੀ ਹੁੰਦੇ ਨੇ ਉਹ ਉਹਦੇ ਕੋਲੋਂ ਕੋਈ ਲਾਹਾ ਲੈ ਸਕਦੇ ਨੇ।
ਤੇ ਵੈਰੀਆਂ ਨੇ ਤੇ ਕੀ ਲਾਹਾ ਲੈਣਾ ਹੀ ਲੈਣਾ, ਤੇ ਉਹ ਵੀ ਲਾਹਾ ਨਹੀਂ ਲੈ ਸਕਦੇ। ਇਸ ਕਰਕੇ ਚਾਰ ਐਸੇ ਹੁੰਦੇ ਨੇ ਜਿਹੜੇ ਕਿ ਘਰ ਦੇ ਜੀ ਪਹਿਲੀ ਗੱਲ ਤਾਂ ਆਪ ਹੀ ਨਹੀਂ ਉਹ ਲਾਹਾ ਲੈ ਕੇ ਰਾਜੀ ਨਹੀਂ, ਕਹਿੰਦੇ ਨੇ ਕੋਈ ਨਹੀਂ ਅਸੀਂ ਵੀ ਜਦੋਂ ਸਮਾਂ ਆਵਾਂਗੇ ਤੇ ਜਪ ਲਵਾਂਗੇ। ਸੋ ਇਸੇ ਕਾਰਨ ਕਰਕੇ ਉਹ ਸਾਰਿਆਂ ਨੂੰ ਜਿਹੜਾ ਇਹ ਭੋਜਨ ਵੰਡ ਰਹੇ ਨੇ, ਤੇ ਪਰ ਇਹ ਭੋਜਨ ਜਿਹੜਾ ਹੁੰਦਾ ਭਾਈ ਇਹ ਸਦਾ ਹੀ ਭਰਪੂਰ ਰਹਿੰਦਾ, ਇਹ ਥੋੜਾ ਨਹੀਂ ਹੁੰਦਾ। ਖਾਤ ਖਰਚਤ ਬਿਨਸ਼ਤ ਦੇਵਨ ਕੋ, ਸਾਰਿਆਂ ਨੂੰ ਦਿੰਦੇ ਨੇ ਵੰਡਦੇ ਨੇ, ਪਰ ਇਹ ਖਜ਼ਾਨੇ ਭਰਪੂਰ ਹੀ ਰਹਿੰਦੇ ਹਨ। ਰਹਾਉ ਜਾ ਕਾ ਤਨੀ ਅਗਮ ਗੁਸਾਈ, ਮਾਨੁਖ ਕੀ ਕਹੋ ਕੇਤ ਚਲਾਈ। ਜਿਸ ਦਾ ਮਾਲਕ ਹੀ ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਖਜ਼ਾਨਿਆਂ ਦਾ ਹੈ, ਫਿਰ ਉਸ ਨੂੰ ਕਿਸ ਤਰ੍ਹਾਂ ਦੀ ਭਾਈ ਘਾਟ ਪਊਗੀ? ਉਹਨੂੰ ਘਾਟਾ ਤਾਂ ਕੋਈ ਨਹੀਂ ਪੈਣਾ ਹੈ। ਮਾਨ ਕੀ ਕੋ ਕੇਤ ਚਲਾਈ, ਨਿਰੰਕਾਰ ਜੀ ਕਹਿੰਦੇ ਨੇ ਫਿਰ ਉੱਥੇ ਜਿੱਥੇ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਅੰਗ ਸੰਗ ਜਿਹਦਾ ਮਾਲਕ ਬਣ ਜਾਂਦਾ, ਫਿਰ ਉਹ ਮਾਲਕ ਉੱਥੇ ਜੀਵ ਦੀਆਂ ਚਤਰਾਈਆਂ ਜਿਹੜੀਆਂ ਨੇ ਉਹ ਨਹੀਂ ਚੱਲਦੀਆਂ। ਉੱਥੇ ਕਿਸੇ ਤਰ੍ਹਾਂ ਦੀ ਵੀ ਕੋਈ ਚਤਰਾਈ ਕੰਮ ਨਹੀਂ ਆਉਂਦੀ, ਉਹਦੀ ਕੋਈ ਪੇਸ਼ ਹੀ ਨਹੀਂ ਜਾਂਦੀ। ਜਿਹੜਾ ਜੀਵ ਆਪਣੇ ਆਪ ਨੂੰ ਭਾਵੇਂ ਜਿੰਨਾ ਮਰਜੀ ਚਤਰਾਈਆਂ ਵਾਲਾ ਆਖੇ। ਜਾਂ ਕੀ ਸੇਵਾ ਦਸ ਅਸ਼ਟ ਸਿਧਾਈ, ਪਲਕ ਦਿਸਟ ਤਾਂ ਕੀ ਲਾਗੋਂ ਪਾਈ। ਜਿਹਦੀ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਦੀ ਸੇਵਾ ਕਰਨ ਦੇ ਨਾਲ 18 ਸਿੱਧੀਆਂ ਤੇ 9 ਨਿਧੀਆਂ ਪ੍ਰਾਪਤ ਹੋ ਜਾਂਦੀਆਂ ਨੇ। ਪਲਕ ਦਿਸਟ ਤਾਂ ਕੀ ਲਾਗੋਂ ਪਾਈ, ਕਹਿੰਦੇ ਥੋੜਾ ਜਿਹਾ ਸਮਾਂ ਵੀ, ਥੋੜੀ ਜਿਹੀ ਕਿਰਪਾ ਦ੍ਰਿਸ਼ਟੀ ਵੀ ਜੇ ਉਹਦੀ ਸਾਡੇ ਉੱਤੇ ਹੋ ਜਾਵੇ ਤਾਂ ਸਾਨੂੰ ਵਾਹਿਗੁਰੂ ਜੀ ਸਾਰੇ ਖਜ਼ਾਨੇ ਬਖਸ਼ ਦਿੰਦੇ ਨੇ। ਔਰ ਇਸ ਕਰਕੇ ਜਦੋਂ ਮਹਾਰਾਜ ਕਹਿੰਦੇ 10 ਅਸ਼ਟ ਸਦਾਈ, 10 ਅਸ਼ਟ ਸਦਾਈ 10 ਹੁੰਦੀਆਂ, 10 ਇਹ 18 ਬਣਦੀਆਂ ਨੇ। ਜਿਹੜੇ ਲੋਕ ਸਾਧੂ ਸੰਤਾਂ ਦੇ ਚਰਨਾਂ ਦੇ ਵਿੱਚ ਜਾ ਕੇ ਉਹਨਾਂ ਦੀ ਸੇਵਾ ਕਰਦੇ ਨੇ, ਜਿਨ੍ਹਾਂ ਨੂੰ ਇਸ ਦਾ ਗਿਆਨ ਹੁੰਦਾ, ਉਹਨਾਂ ਨੂੰ ਜੀਵ ਤੇ ਭਰੋਸਾ ਹੋ ਜਾਂਦਾ ਵੀ ਇਹ ਜਿਹੜਾ ਪਿਆਰਾ ਹੈ ਵਾਹਿਗੁਰੂ ਨਿਰੰਕਾਰ ਦੇ ਸੱਚਮੁੱਚ ਹੀ ਸਨਮੁਖ ਹੋ ਗਿਆ ਹੈ, ਉਹਨੂੰ ਇਹ ਸਾਰਾ ਕੁਝ ਬਖਸ਼ ਦਿੰਦੇ ਹਨ। ਜਾਂ ਕੋ ਦਇਆ ਕਰੋ ਮੇਰੇ ਸੁਆਮੀ, ਕਹੋ ਨਾਨਕ ਨਾਹੀ ਤਿਨ ਕਾਮੀ। ਜਾਂ ਕੋ ਦਇਆ ਕਰੋ, ਗੁਰੂ ਨਿਰੰਕਾਰ ਜੀ ਕਹਿੰਦੇ ਨੇ ਜਿਹਦੇ ਉੱਤੇ ਉਹ ਆਪ ਵਾਹਿਗੁਰੂ ਜੀ ਕਿਰਪਾ ਕਰਦੇ ਨੇ ਭਾਈ, ਜਿਹਦੇ ਉੱਤੇ ਉਹ ਨਿਰੰਕਾਰ ਮਿਹਰਬਾਨ ਦਿਆਲੂ ਕਿਰਪਾਲੂ ਮਿਹਰ ਦਾ ਹੱਥ ਆਪਣੇ ਰੱਖਦੇ ਨੇ। ਕਹੋ ਨਾਨਕ ਨਾਹੀ ਤਿਸ ਕਾਮੀ, ਕਹਿੰਦੇ ਉਸ ਜੀਵ ਨੂੰ ਸੰਸਾਰ ਦੇ ਉੱਤੇ ਕਿਸੇ ਤਰ੍ਹਾਂ ਦੀ ਕਮੀ ਨਹੀਂ, ਕਿਸੇ ਪਾਸਿਓਂ ਵੀ ਵਾਹਿਗੁਰੂ ਜੀ ਆਉਣ ਦਿੰਦੇ। ਆਸਾ ਮਹਿਲਾ ਪੰਜਵਾਂ, ਜੋ ਮੈਂ ਆਪਣਾ ਸਤਿਗੁਰ ਧਿਆਇਆ, ਤਬ ਮੇਰੇ ਮਨ ਮਹਾ ਸੁਖ ਪਾਇਆ। ਮਹਾਤਮਾ ਜਨ ਕਹਿੰਦੇ ਨੇ, ਜਿਹੜੇ ਸਤਿਗੁਰ ਦੇ ਪਿਆਰੇ ਨੇ, ਉਹ ਕਹਿੰਦੇ ਨੇ ਵੀ ਜਦੋਂ ਤੋਂ ਮੈਂ ਆਪਣੇ ਵਾਹਿਗੁਰੂ ਨਿਰੰਕਾਰ ਨੂੰ ਦੂਸਰਿਆਂ ਨੂੰ ਹੁਣ ਗਿਆਨ ਦਿੰਦੇ ਨੇ, ਵੀ ਜਦੋਂ ਤੋਂ ਮੈਂ ਆਪਣੇ ਨਿਰੰਕਾਰ ਵਾਹਿਗੁਰੂ ਨੂੰ ਧਿਆਇਆ, ਉਸ ਦਾ ਮੈਂ ਪੱਲਾ ਫੜਿਆ, ਤਬ ਮੇਰੇ ਮਨ ਮਹਾ ਸੁਖ ਪਾਇਆ, ਤਾਂ ਮੇਰਾ ਮਨ ਟਿਕਾ ਦੇ ਵਿੱਚ ਆ ਕੇ ਆਨੰਦ ਸੁਖਾਂ ਦੇ ਵਿੱਚ ਹੀ ਹਰ ਵੇਲੇ ਰਹਿੰਦਾ ਹੈ। ਮਿਟ ਗਈ ਗਣਤ ਬਿਨਾਸਿਓ ਸੰਸਾ, ਨਾਮ ਰਤੇ ਜਨ ਭਏ ਭਗਵੰਤਾ। ਹੁਣ ਜਿਹੜੀ ਮਨ ਦੀ ਗਿਣਤੀ ਮਿਣਤੀ ਦੇ ਵਿੱਚ ਪਿਆ ਹੋਇਆ ਸੀ ਉਹ ਸਾਰੀ ਖਤਮ ਹੋ ਗਈ ਕਹਿੰਦੇ। ਤੇ ਜਿਹੜਾ ਸੈਂਸਾ ਹੁੰਦਾ ਦੁਚਿੱਤੀ ਭਰਮ ਔਰ ਹਰਕ ਸੋਗ ਕਹਿੰਦੇ ਸਾਰੇ ਖਤਮ ਹੋ ਗਏ। ਨਾਮ ਰਤੇ ਜਨ ਭਏ ਭਗਵੰਤਾ, ਜਿਹੜੇ ਵਾਹਿਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਨੇ ਨਾਮ ਬਖਸ਼ ਦਿੱਤਾ, ਉਹ ਉਹਨਾਂ ਨੇ ਆਪਣੇ ਆਪ ਨੂੰ ਨਾਮ ਦੇ ਵਿੱਚ ਰੰਗ ਲਿਆ, ਉਹ ਵੱਡੇ ਭਾਗਾਂ ਵਾਲੇ ਬਣ ਗਏ। ਉਹ ਨਿਰੰਕਾਰ ਵਾਹਿਗੁਰੂ ਦਾ ਸਰੂਪ ਹੀ ਬਣ ਜਾਂਦੇ ਨੇ ਭਾਈ, ਅਭੇਦ ਹੋ ਜਾਂਦੇ ਨੇ ਉਹਦੇ ਵਿੱਚ। ਰਹਾਉ ਜੋ ਮੈਂ ਆਪਣਾ ਸਾਹਿਬ ਚਿਤ, ਤਾਂ ਪਉ ਮਿਟਿਓ ਮੇਰੇ ਮੀਤ। ਜਦੋਂ ਦਾ ਮੇਰਾ ਮਾਲਕ ਪ੍ਰਮਾਤਮਾ ਮੈਨੂੰ ਮੇਰੇ ਹਿਰਦੇ ਦੇ ਵਿੱਚ ਆਣ ਕੇ ਵਸ ਗਿਆ, ਹਰ ਵੇਲੇ ਮੈਂ ਉਸ ਨੂੰ ਚੇਤੇ ਕਰਦਾ ਹਾਂ, ਉਸ ਦੀ ਵਡਿਆਈ ਕਰਦਾ, ਉਸ ਦਾ ਧੰਨਵਾਦ ਕਰਦਾ ਹਾਂ। ਤਾਂ ਭਉ ਮਿਟਿਓ ਮੇਰੇ ਮੀਤ, ਮੇਰੇ ਸਾਰੇ ਡਰ ਉਦੋਂ ਤੋਂ ਖਤਮ ਉਸ ਨਿਰੰਕਾਰ ਵਾਹਿਗੁਰੂ ਜੀ ਨੇ ਕਰ ਦਿੱਤੇ। ਜੋ ਮੈਂ ਓਟ ਗਈ ਪ੍ਰਭ ਤੇਰੀ, ਤਾਂ ਪੂਰਨ ਹੋਈ ਮਨਸਾ ਮੇਰੀ। ਵਾਹਿਗੁਰੂ ਜੀ ਜਦੋਂ ਤੋਂ ਮੈਂ ਆਪ ਜੀ ਦਾ ਪੱਲਾ ਫੜਿਆ ਹੈ, ਆਪ ਜੀ ਦੀ ਓਟ ਤੇ ਆਸਰਾ ਵਾਹਿਗੁਰੂ ਜੀ ਨਿਰੰਕਾਰ ਜੀ ਤੱਕਿਆ ਹੈ, ਆਪ ਜੀ ਨੇ ਮੈਨੂੰ ਆਪਣਾ ਨਾਮ ਦਾ ਓਟ ਤੇ ਆਸਰਾ ਦੇ ਦਿੱਤਾ, ਤਾਂ ਪੂਰਨ ਹੋਈ ਮਨਸਾ ਮੇਰੀ, ਮੇਰੀਆਂ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ ਵਾਹਿਗੁਰੂ ਜੀ। ਦੇਖ ਚਲਤ ਮਨ ਪਏ ਦਿਲਾਸਾ, ਨਾਨਕ ਦਾਸ
तेरा परवासा। वाहिगुरु जी तेरे कौतक देख देख के मेरा मन बड़ा अत्यंत खुश ਹੁੰਦਾ ਵਿਸਮਾਦ ਰੂਪ ਦੇ ਵਿੱਚ ਹੋ ਜਾਂਦਾ ਔਰ ਧੀਰਜ ਵੀ ਬੜਾ ਮਨ ਨੂੰ ਟਿਕਾ ਬੜਾ ਮਨ ਨੂੰ ਮਿਲਦਾ ਹੈ। ਨਾਨਕ ਦਾਸ ਤੇਰਾ ਪ੍ਰਵਾਸਾ। ਮੈਨੂੰ ਵਾਹਿਗੁਰੂ ਨਿਰੰਕਾਰ ਜੀ ਤੁਹਾਡਾ ਹੀ ਆਸਰਾ ਹੈ, ਤੁਹਾਡਾ ਹੀ ਭਰੋਸਾ ਹੈ, ਤੁਹਾਡਾ ਹੀ ਸਹਾਰਾ ਹੈ। ਅੱਜ ਇੰਨੀ ਹੀ ਸੇਵਾ ਆਪ ਜੀ ਨੇ ਪ੍ਰਵਾਨ ਕਰ ਲੈਣੀ। ਗੁਰਮੁਖ ਪਿਆਰਿਓ, ਨਿਰੰਕਾਰ ਸੱਚੇ ਪਾਤਸ਼ਾਹ ਜੀ ਸਾਡੇ ਉੱਤੇ ਅਤਿਅੰਤ ਕਿਰਪਾ ਕਰ ਰਹੇ ਨੇ। ਮਿਹਰਬਾਨ ਦਿਆਲੂ ਕਿਰਪਾਲੂ ਸਾਨੂੰ ਉਹ ਵਾਹਿਗੁਰੂ ਨਿਰੰਕਾਰ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਨ ਦੀ ਜਾਚ ਸਿਖਾਉਂਦੇ ਨੇ। ਜੀਵਨ ਨੂੰ ਉਹ ਮਨੁੱਖਾ ਦੇਹ ਨੂੰ ਦੇਵਤਿਆਂ ਦੇ ਰੂਪ ਬਣਾਉਣ ਵਾਸਤੇ ਸਤਿਗੁਰ ਗਿਆਨ ਬਖਸ਼ਿਸ਼ ਕਰ ਰਹੇ ਹਨ। ਸੋ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾ ਕੇ ਛੁੱਟੀਆਂ ਬਖਸ਼ਿਸ਼ ਕਰੋ ਔਰ ਅਸੀਸ ਦਿਓ ਕਿ ਫਿਰ ਵੀ ਨਿਰੰਕਾਰ ਸੱਚੇ ਪਾਤਸ਼ਾਹ ਜੀ ਜਦੋਂ ਕਿਰਪਾ ਕਰਨਗੇ ਆਪ ਜੀ ਦੇ ਚਰਨਾਂ ਦੇ ਵਿੱਚ ਆਈਏ। ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾ ਕੇ ਨਿਰੰਕਾਰ ਜੀ ਆਪ ਪਰਮਹੰਸ ਵਰਗੀ ਸੰਗਤ ਦੇ ਦਰਸ਼ਨ ਕਰਵਾਉਂਦੇ ਰਹਿਣ ਔਰ ਆਪ ਜੀ ਦੇ ਚਰਨਾਂ ਦੇ ਭੋਰੇ ਬਣਾ ਕੇ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।